सतनाम श्री वाहिगुरु जी। डंडौत बंदन कबार, सर्व कला समरथ। डोलन ते राखो प्रभु, नानक दे कर हथ। मूक उचरै शास्त्र खट, पिंग गिरन चढ़ जाए। अंध लखै बदरो सुनै, जो काल कृपा कराए। सतनाम श्री वाहिगुरु जी। गौड़ी ग्वारेरी महला पंजवा। करम भूम मह बोआहो नाम, पूरन होए तुम्हारा काम। करम भूम मह बोआहो नाम। वाहिगुरु जी का खालसा, वाहिगुरु जी की फतेह। सतगुरु गरीब नवाज, दसां पातशाहियां दे हिरदा ਸਰੂਪ, ਜਬਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ। ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਕਿਰਪਾਲਤਾ ਨਾਲ ਜੋ ਹਜ਼ੂਰ ਦੀ ਅੰਮ੍ਰਿਤਮਈ ਮੁੱਖ ਵਾਕ ਤੁਰਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੈ। ਗੁਰੂ ਕਿਰਪਾ ਸਦਕਾ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 176 ਅੰਗ ਤੱਕ ਪਹੁੰਚੀ ਹੋਈ ਹੈ। ਔਰ ਗੌੜੀ ਰਾਗ ਅੰਦਰ ਜੋ ਸਤਿਗੁਰੂ ਦੀ ਮੁੱਖ ਵਾਕ ਬਾਣੀ ਹੈ, ਇਸ ਦੇ 72 ਸ਼ਬਦਾਂ ਦੀ ਵਿਚਾਰ ਹੁਣ ਤੱਕ ਹੋਈ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰੇ ਹੋਏ ਸ਼ਬਦਾਂ ਦੀ ਵਿਚਾਰ ਹੁਣ ਚੱਲ ਰਹੀ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁੱਖ ਵਾਕ ਬਚਨਾਂ ਨੂੰ ਅੱਗੇ ਵਿਚਾਰੀਏ ਅਤੇ ਸੁਣੀਏ। ਗੌੜੀ ਗਵਾਰੇਰੀ ਮਹੱਲਾ ਪੰਜਵਾ। ਗੌੜੀ ਰਾਗਣੀ ਗਵਾਰੇਰੀ ਵੰਨਗੀ ਹੈ, ਮਹੱਲਾ ਸਰੂਪ ਗੁਰੂ ਨਾਨਕ ਸਾਹਿਬ ਜੀ ਦਾ ਪੰਜਵਾ। ਭਾਵ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ। ਕਰਮ ਭੂਮ ਮਹਿ ਬੋਆਹੋ ਨਾਮ। ਜੇ ਸਿੱਖ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛੇ ਕਿ ਗੁਰੂ ਮਹਾਰਾਜ ਜੀ ਦੱਸੋ, ਮੈਂ ਆਪ ਜੀ ਦਾ ਸੇਵਕ ਸਿੱਖ ਸਦਵਾਉਣਾ ਹਾਂ ਅਤੇ ਮੈਨੂੰ ਕੀ ਕਰਨਾ ਚਾਹੀਦਾ, ਕਿਹੜਾ ਉੱਤਮ ਕਰਮ ਹੈ ਜਿਸ ਕਰਕੇ ਸੁਖੈਨ ਢੰਗ ਨਾਲ ਹੀ ਮੇਰਾ ਜੀਵਨ ਸਫਲਾ ਹੋ ਜਾਏ, ਤਾਂ ਸਤਿਗੁਰੂ ਕਹਿੰਦੇ ਨੇ ਕਿ ਕਰਮ ਭੂਮ, ਕਰਮ ਭੂਮੀ, ਇਹ ਮਨੁੱਖਾ ਦੇਹ ਨੂੰ ਕਰਮ ਭੂਮੀ ਕਿਹਾ ਜਾਂਦਾ ਹੈ। ਇਹ ਕਰਮਾਂ ਦੀ ਧਰਤੀ ਹੈ। ਸੋ ਇਹ ਕਰਮ ਭੂਮੀ ਤਾਂ ਕਿਉਂਕਿ ਜਿੰਨੀਆਂ ਵੀ ਬਾਕੀ ਜੂਨਾਂ ਹਨ ਉਹ ਭੋਗ ਜੂਨੀਆਂ ਹਨ। ਪਸ਼ੂ ਹਨ, ਜਾਨਵਰ ਹਨ, ਪੰਛੀ ਪਰਿੰਦੇ ਹਨ, ਕੀੜੇ ਮਕੌੜੇ ਹਨ, ਸਭ ਆਪੋ ਆਪਣੇ ਕਰਮਾਂ ਦਾ ਫਲ ਭੋਗ ਰਹੇ ਨੇ। ਉਹਨਾਂ ਜਨਮਾਂ 'ਚ, ਉਹਨਾਂ ਜੂਨਾਂ 'ਚ ਕਰਮ ਦੀ ਸੋਝੀ ਨਹੀਂ ਹੈ। ਉਹ ਕੁਛ ਕਰਮ ਨਹੀਂ ਕਮਾ ਸਕਦੇ। ਬਹੁਤੇ ਜੀਵਾਂ ਦੇ ਤਾਂ ਹੱਥ ਹੀ ਨਹੀਂ ਹਨ। ਜੇ ਬਾਂਦਰਾਂ ਆਦਿਕਾਂ ਦੇ ਹੱਥ ਨੇ, ਪੈਰਾਂ ਦੇ ਥਾਂ ਵੀ ਵਰਤੋਂ ਕਰਦੇ, ਹੱਥਾਂ ਦੇ ਥਾਂ ਵੀ, ਪਰ ਫਿਰ ਵੀ ਉਹ ਕਰਮ ਨਹੀਂ ਕਮਾ ਸਕਦੇ। ਉਹ ਮਨੁੱਖਾਂ ਦੇ ਸਮਾਜ ਵਿੱਚ ਆ ਕੇ ਨਹੀਂ ਰਹਿ ਸਕਦੇ। ਉਹਨਾਂ ਨੂੰ ਕੋਈ ਸਿੱਖ ਮੱਤ ਉਪਦੇਸ਼ ਨਹੀਂ ਦਿੱਤਾ ਜਾ ਸਕਦਾ, ਨਾ ਉਹ ਧਾਰਨ ਕਰ ਸਕਦੇ। ਮਨੁੱਖਾ ਦੇਹ ਨੂੰ ਇਹ ਕਰਮ ਜੂਨੀ ਕਿਹਾ ਜਾਂਦਾ ਹੈ, ਜਾਂ ਇੰਝ ਵੀ ਕਿਹਾ ਜਾਂਦਾ ਕਿ ਬਾਕੀ ਸਭ ਜੂਨਾਂ ਤਾਂਬੇ ਦੀ ਧਰਤੀ ਨਿਆਈ ਹਨ। ਤਾਂਬੇ ਦੀ ਧਰਤੀ 'ਤੇ ਬੀਜ ਸੁੱਟੀਏ ਅਤੇ ਉਗਦਾ ਨਹੀਂ, ਪਰ ਜੋ ਮਿੱਟੀ ਦੀ ਧਰਤੀ ਹੈ ਉੱਥੇ ਬੋਇਆ ਹੋਇਆ ਬੀਜ ਹਮੇਸ਼ਾ ਉਗਦਾ ਹੈ। ਇੱਥੋਂ ਤੱਕ ਕਿ ਜਿਹੜੇ ਦੇਵ ਜੂਨਾਂ ਹਨ, ਦੇਵਤਿਆਂ ਦੇ ਸਰੂਪ ਨੇ, ਸਰੀਰ ਨੇ, ਉੱਥੇ ਵੀ ਉਹਨਾਂ ਦਾ ਕੀਤਾ ਕਰਮ ਫਲੀ ਭੂਤ ਨਹੀਂ ਹੈ, ਕਿਉਂਕਿ ਹਜ਼ੂਰ ਦੇ ਮੁੱਖ ਵਾਕ ਵਚਨ ਨੇ, ਇਸ ਦੇਹੀ ਕੋ ਸਿਮਰਾ ਹੈ ਦੇਵ। ਇਸ ਮਨੁੱਖਾ ਦੇਹ ਨੂੰ ਦੇਵਤੇ ਵੀ ਸਿਮਰਦੇ ਜਾਨੀ ਚਾਹੁੰਦੇ ਨੇ, ਲੋਚਦੇ ਨੇ। ਸੋ ਦੇਹ ਹੀ ਭਜ ਹਰ ਕੀ ਸੇਵ। ਤੇ ਦੇਹ ਤੈਨੂੰ ਮਿਲੀ ਹੋਈ ਹੈ ਬੜੀ ਦੁਰਲੱਭ ਵਸਤੂ, ਪਰ ਜਿਵੇਂ ਕੋਈ ਬਹੁਤ ਮਹਿੰਗੀ ਵਸਤੂ ਕਿਸੇ ਅਣਜਾਣ ਵਿਅਕਤੀ ਨੂੰ ਮਿਲ ਜਾਏ ਅਤੇ ਉਹਦੀ ਕਦਰ ਨਹੀਂ ਜਾਣਦਾ, ਐਵੇਂ ਸੁੱਟ ਦੇਗਾ। ਸੋ ਇਸ ਪ੍ਰਕਾਰ ਹੀ
ਅਣਜਾਣਤਾ ਕਰਕੇ, ਅਗਿਆਨਤਾ ਕਰਕੇ ਇਸ ਦੁਰਲੱਭ ਮਨੁੱਖਾ ਦੇਹ ਨੂੰ ਅਸੀਂ ਪਛਾਣਿਆ ਨਹੀਂ, ਇਹਦੀ ਮਹਾਨਤਾ ਨੂੰ ਨਹੀਂ ਸਮਝਿਆ। ਹਜ਼ੂਰ ਸਿੱਖਿਆ ਦੇ ਰਹੇ ਨੇ, ਸਿੱਖ ਮਤ ਦੇ ਰਹੇ ਨੇ ਕਿ ਇਹ ਕਰਮ ਭੂਮੀ ਮਨੁੱਖਾ ਦੇਹੀ ਹੈ। ਇਸ ਕਰਮਾਂ ਦੀ ਧਰਤੀ, ਦੇਹੀ ਰੂਪ ਕਰਮਾਂ ਦੀ ਧਰਤੀ ਅੰਦਰ ਜੇ ਬੀਜ ਬੀਜਣਾ ਹੈ ਤਾਂ ਨਾਮ ਦਾ ਬੀਜ ਬੀਜੋ। ਹਜ਼ੂਰ ਕਹਿੰਦੇ ਨੇ ਅਬ ਕਲੂ ਆਇਓ ਰੇ, ਇੱਕ ਨਾਮ ਬੋਵ ਹੋ ਬੋਵ, ਬੋਵਣਾ ਹੁੰਦਾ ਬੀਜਣਾ, ਇੱਕ ਨਾਮ ਦਾ ਹੀ ਬੀਜ ਬੀਜੋ। ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਮਤ ਭਰਮ ਵਿੱਚ ਪੈ ਕੇ ਭੁੱਲਦੇ ਫਿਰੋ। ਸਿਰਫ ਇੱਕ ਨਾਮ ਬੀਜਣ ਦੀ ਰੁੱਤ ਹੈ ਕਲਯੁਗ ਦੇ ਸਮੇਂ ਅੰਦਰ, ਅਤੇ ਨਾਮ ਬੀਜਿਆ ਹੋਰਨਾਂ ਯੁੱਗਾਂ ਦੇ ਵਿੱਚ ਵੀ ਸਫਲਾ ਹੀ ਮੰਨਿਆ ਗਿਆ। ਦੇਖ ਲਓ ਧਰੂ ਜੀ, ਪ੍ਰਹਿਲਾਦ ਜੀ, ਰੁਕਮਾਂਗਦ, ਰਾਜਾ ਜਨਕ ਆਦਿਕ ਜਿਹੜੇ ਭਗਤ ਹੋਏ ਨੇ, ਜਿਨ੍ਹਾਂ ਨਾਮ ਦਾ ਬੀਜ ਬੀਜਿਆ ਉਹਨਾਂ ਦੇ ਨਾਮ ਪ੍ਰਸਿੱਧ ਨੇ, ਉਹ ਹੀ ਭਗਤ ਗੁਰਮੁਖ ਹੋਏ ਨੇ। ਇਸ ਕਰਕੇ ਹਜ਼ੂਰ ਕਹਿੰਦੇ ਨੇ ਕਰਮ ਭੂਮੀ, ਇਹ ਕਰਮਾਂ ਦਾ ਬੀਜ ਬੀਜਣ ਵਾਲੀ ਇਹ ਮਨੁੱਖਾ ਦੇਹੀ ਹੈ। ਇਸ ਭੂਮੀ ਅੰਦਰ ਵਾਹਿਗੁਰੂ ਜੀ ਦੇ ਨਾਮ ਦਾ ਬੀਜ ਬੀਜੋ। ਪੂਰਨ ਹੋਏ ਤੁਮਾਰਾ ਕਾਮ, ਫਿਰ ਕੀ ਹੋਵੇਗਾ ਜੀ? ਤਾਂ ਹਜ਼ੂਰ ਕਹਿੰਦੇ ਨੇ ਤੇਰਾ ਕੰਮ ਪੂਰਾ ਹੋ ਜਾਏਗਾ। ਕੰਮ ਦਾ ਮਤਲਬ ਇੱਥੇ ਹੈ ਵੀ ਜੀਵਨ ਦਾ ਮਨੋਰਥ ਮੁਕੰਮਲ ਹੋ ਜਾਏਗਾ, ਜੀਵਨ ਦਾ ਮਨੋਰਥ ਪੂਰਾ ਹੋ ਜਾਏਗਾ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਆਈ ਇੱਥੇ ਮਨੁੱਖਾ ਦੇਹੀ ਧਾਰ ਕੇ ਅਸੀਂ ਨਾਮ ਜਪਣ ਵਾਸਤੇ ਸੀ, ਪਰ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮੁਰ ਵਰਤਾਇਆ। ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਆਵੈ ਜਾਏ ਭਵਾਈਆ ਜੋਨੀ, ਰਹਿਣ ਨ ਕਿਤ ਹੀ ਥਾਏ ਭਇਆ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਇਹ ਮਨੋਰਥ ਸੀ ਮਨੁੱਖਾ ਦੇਹੀ ਦਾ, ਤੁਹਾਡਾ ਕੰਮ ਸੀ, ਮਨੋਰਥ ਸੀ, ਇਹ ਪੂਰਾ ਹੋ ਜਾਏਗਾ ਜੇ ਨਾਮ ਦਾ ਬੀਜ ਬੀਜੋ। ਫਿਰ ਮਾਰੇ ਹੋਰ ਵੀ ਕੋਈ ਫਲ ਮਿਲਦੇ ਨੇ, ਤਾਂ ਹਜ਼ੂਰ ਕਹਿੰਦੇ ਨੇ ਫਲ ਪਾਵਾ ਹੈ ਮਿਟੈ ਜਮ ਤਰਾਸ। ਜਿਹੜੇ ਵਾਹਿਗੁਰੂ ਦੇ ਨਾਮ ਦਾ ਬੀਜ ਬੀਜਦੇ ਨੇ ਉਹ ਹੋਰ ਵੀ ਬੜੇ ਫਲ ਪ੍ਰਾਪਤ ਕਰਦੇ ਨੇ। ਉਹਨਾਂ ਦਾ ਜਮਾਂ ਦਾ ਡਰ ਮਿਟ ਜਾਂਦਾ ਹੈ, ਉਹਨਾਂ ਦੇ ਹਿਰਦੇ ਵਿੱਚੋਂ ਜਮਾਂ ਦਾ ਡਰ। ਧਰਮ ਰਾਏ ਕੇ ਦੂਤ ਨ ਜੋ ਹੈ, ਧਰਮਰਾਜ ਵੀ ਆਪ ਨਹੀਂ ਉਹਨਾਂ ਦੇ ਨੇੜੇ ਆ ਸਕਦਾ। ਧਰਮ ਰਾਏ ਜਮ ਨੇੜ ਨਾ ਆਵੇ, ਮੇਰੇ ਠਾਕੁਰ ਕੇ ਜਨ ਪਿਆਰੇ। ਇਹ ਫਲ ਉਹ ਪਾਉਂਦੇ ਨੇ, ਤੂੰ ਵੀ ਫਲ ਪ੍ਰਾਪਤ ਕਰ ਲਵੇਂਗਾ, ਤੇਰੀ ਵੀ ਜਮਾਂ ਦੀ ਫਾਹੀ ਕੱਟੀ ਜਾਏਗੀ, ਜਮਾਂ ਦਾ ਡਰ ਤੇਰਾ ਮਿਟ ਜਾਏਗਾ। ਨਿਤ ਗਾਵਹਿ ਹਰ ਹਰ ਗੁਣ ਜਾਸ, ਪਰ ਉਹਨਾਂ ਦਾ ਹੀ ਮਿਟਦਾ ਜਿਹੜੇ ਨਿਤ ਹੀ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਉਚਾਰਦੇ ਨੇ, ਹਰੀ ਪਰਮਾਤਮਾ ਦੇ ਗੁਣ ਗਾਉਂਦੇ ਨੇ, ਹਰੀ ਪਰਮਾਤਮਾ ਦੇ ਜਸ ਨੂੰ ਗਾਉਂਦੇ ਨੇ। ਵਾਹਿਗੁਰੂ ਦੀਆਂ ਖੂਬੀਆਂ, ਵਾਹਿਗੁਰੂ ਦੀਆਂ ਸਿਫਤਾਂ, ਵਾਹਿਗੁਰੂ ਦਾ ਜਸ, ਵਾਹਿਗੁਰੂ ਦੀ ਵਡਿਆਈ ਜਿਹੜੇ ਗਾਉਂਦੇ ਹਨ, ਉਹਨਾਂ ਦੇ ਨੇੜੇ ਜਮ ਨਹੀਂ ਆ ਸਕਦੇ। ਜੇ ਤੂੰ ਵੀ ਨਿਤ ਗਾਵੇਂ ਵਾਹਿਗੁਰੂ ਪਰਮਾਤਮਾ ਦੇ ਗੁਣ, ਉਹਦੇ ਜਸ ਨੂੰ, ਤਾਂ ਤੇਰਾ ਵੀ ਜਮਾਂ ਦਾ ਡਰ ਕੱਟਿਆ ਜਾਏਗਾ, ਮਿਟ ਜਾਏਗਾ। ਹਰ ਹਰ ਨਾਮ ਅੰਤਰ ਉਰ ਧਾਰ, ਹੇ ਪ੍ਰੇਮੀਆਂ, ਵਾਹਿਗੁਰੂ ਵਾਹਿਗੁਰੂ ਨਾਮ ਨੂੰ ਕੇਵਲ ਰਸਨਾ ਤੋਂ ਉੱਪਰੋਂ ਨਹੀਂ ਉਚਾਰਨਾ, ਲੋਕਾਂ ਨੂੰ ਵਿਖਾਉਣ ਵਾਸਤੇ, ਜਾਂ ਕੇਵਲ ਰਸਨਾ ਤੋਂ ਉਚਾਰਨਾ ਅਤੇ ਹਿਰਦਾ ਹੋਰ ਪਾਸੇ ਹੀ ਹੋਏ, ਫਾਹੀਆਂ ਪਾਉਣ ਵਿੱਚ, ਬੁਰਾਈਆਂ ਕਰਨ ਵਿੱਚ। ਜਿਵੇਂ ਕਹਿੰਦੇ ਬਗਲ ਮੇ ਛੁਰੀ ਮੁੱਖ ਮੇ ਰਾਮ ਰਾਮ, ਐਸਾ ਨਹੀਂ ਚਾਹੀਦਾ। ਜਿਵੇਂ ਬਚਨ ਹਨ, ਮੁੱਖੋਂ ਹਰ ਹਰ ਸਭ ਕੋ ਕਰੈ, ਵਿਰਲੇ ਹਿਰਦੈ ਵਸਾਇਆ, ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਨ ਪਾਇਆ। ਰਾਮ ਰਾਮ ਸਭ ਕੋ ਕਹੇ ਰਾਮ ਨਾ ਹੋਏ, ਪ੍ਰੀਤ ਨਹੀਂ ਨਾ ਰਾਮ ਨਾਲ। ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਏ। ਹਜ਼ੂਰ ਕਹਿੰਦੇ ਨੇ ਜੇ ਰਸਨਾ ਨਾਲ ਜਪਦਾ ਹੈ, ਮਨੋ ਹੋ ਕੇ ਜਪੇ, ਤੇ ਇਹ ਅੰਦਰ ਚਲਾ ਜਾਏਗਾ। ਹਰ ਹਰ ਨਾਮ ਅੰਤਰ ਉਰ ਧਾਰ, ਧੁਰ ਹਿਰਦੇ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਾਰਨ ਕਰ। ਤੂੰ ਹੋਰ ਕੁਝ ਅੰਦਰ ਵਸਾਇਆ ਹੋਇਆ, ਉਹ ਚੀਜ਼ ਮਿਲ ਜੇ, ਉਹ ਮਿਲ ਜੇ, ਉਹ ਮਿਲ ਜੇ। ਸੰਸਾਰ ਨੂੰ ਸੱਚਾ ਮੰਨਿਆ ਹੈ ਨਾ, ਸੰਸਾਰਕ ਪਦਾਰਥਾਂ ਨੂੰ ਸੱਚੇ ਮੰਨ ਕੇ ਤੂੰ ਉਹ ਚੀਜ਼ਾਂ ਅੰਦਰ ਵਸਾਈਆਂ ਹੋਈਆਂ। ਵਾਹਿਗੁਰੂ ਦਾ ਨਾਮ ਤਾਂ ਜੇ ਥੋੜ੍ਹਾ ਬਹੁਤਾ ਲੈ ਤਾਂ ਉੱਪਰੋਂ ਲੈ ਛੱਡ, ਪਰ ਅੰਦਰ ਹਿਰਦੇ ਦੇ ਧਾਰਨ ਕਰ। ਸ਼ੀਘਰ ਕਾਰਜ ਲੇਹੋ ਸਵਾਰ, ਸ਼ੀਘਰਤਾ ਮਤਲਬ ਛੇਤੀ, ਸ਼ੀਘਰ ਛੇਤੀ ਨਾਲ ਇਹ ਜਿਹੜਾ ਮਨੁੱਖਾ ਦੇਹ ਨੂੰ ਸਫਲ ਕਰਨ ਦਾ ਕਾਰਜ ਹੈ,
ਜਮਾਂ ਦੀ ਫਾਹੀ ਕੱਟਣ ਦਾ ਕਾਰਜ ਹੈ, ਮੁਕਤ ਹੋਣ ਦਾ ਕਾਰਜ ਹੈ, ਗਿਆਨ ਦੀ ਪ੍ਰਾਪਤੀ ਦਾ ਕਾਰਜ ਹੈ। ਛੇਤੀ ਹੀ ਆਪਣਾ ਕੰਮ ਸਵਾਰ ਲਾ। ਜਿਹੜਾ ਅਤਿਅੰਤ ਜ਼ਰੂਰੀ ਕੰਮ ਹੋਵੇ ਉਹ ਪਹਿਲਾਂ ਕਰਨਾ ਚਾਹੀਦਾ ਹੈ। ਰਹਾਓ ਆਪਣੇ ਪ੍ਰਭ ਸੇ ਹੋ ਸਾਵਧਾਨ। ਆਪਣਾ ਜੋ ਪ੍ਰਭੂ ਹੈ ਨਾ, ਪਰਮਾਤਮਾ ਅਕਾਲ ਪੁਰਖ ਸਾਰਿਆਂ ਜੀਆਂ ਦਾ ਹੈ ਵਾਹਿਗੁਰੂ, ਉਸ ਆਪਣੇ ਪ੍ਰਭੂ ਦੇ ਤਾਈਂ ਸਾਵਧਾਨ ਹੋ। ਮਤਲਬ ਕਿ ਪ੍ਰਭੂ ਦੀ ਯਾਦ ਵਿੱਚ ਤਤਪਰ ਹੋ ਕੇ ਲੱਗ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਚਿੱਤ ਨੂੰ ਇਕਾਗਰ ਕਰ, ਆਲਸ ਤੋਂ ਰਹਿਤ ਹੋ, ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹੋ, ਆਪਣੇ ਪ੍ਰਭੂ ਦੀ ਯਾਦ ਵਿੱਚ ਸਾਵਧਾਨ ਹੋ। ਤਾ ਤੂੰ ਦਰਗਾਹ ਪਾਵਹਿ ਮਾਨ। ਜੇ ਇੰਜ ਕਰੇਗਾ ਤੇ ਫਿਰ ਵਾਹਿਗੁਰੂ ਦੀ ਦਰਗਾਹ ਵਿੱਚ, ਪਰਮਾਤਮਾ ਦੇ ਦਰਬਾਰ ਵਿੱਚ ਬੜਾ ਮਾਣ ਪ੍ਰਾਪਤ ਕਰੇਗਾ, ਬੜੀ ਇੱਜ਼ਤ ਪ੍ਰਾਪਤ ਕਰੇਗਾ, ਬੜੀ ਆਬਰੋ ਹੋਵੇਗੀ, ਬੜਾ ਆਦਰ ਮਾਣ ਮਿਲੇਗਾ। ਉਕਤ ਸਿਆਣਪ ਸਗਲੀ ਤਿਆਗ। ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਜਿਹੜੀਆਂ ਹੋਰ ਤੂੰ ਬੜੀਆਂ ਦਲੀਲਬਾਜ਼ੀਆਂ ਜਾਣਦਾ ਨਾ, ਵਾਕਾਂ ਦੇ ਬੋਲਣ ਦੀ ਚਤੁਰਤਾ ਤੇ ਸਿਆਣਪਾਂ, ਇਹ ਧਾਰਨ ਕੀਤੀਆਂ ਹੋਈਆਂ ਤੇ ਵਾਹਿਗੁਰੂ ਦੇ ਨਾਮ ਨੂੰ ਛੱਡਿਆ ਹੋਇਆ, ਆਪਣੇ ਆਪ ਨੂੰ ਬੜਾ ਸਿਆਣਾ ਤੇ ਬੜਾ ਦਲੀਲਬਾਜ਼ ਮੰਨ ਕੇ ਚੱਲਦਾ, ਇਹ ਸਾਰਾ ਕੁਝ ਛੱਡ ਦੇ। ਬਹੁਤੀਆਂ ਹਿਰਦੇ ਦੀਆਂ ਸਿਆਣਪਾਂ ਤੇ ਚਤੁਰਾਈਆਂ ਦਲੀਲਾਂ ਇਹ ਤੂੰ ਛੱਡ। ਸੰਤ ਜਨਾਂ ਕੀ ਚਰਣੀ ਲਾਗ। ਵਾਹਿਗੁਰੂ ਦਾ ਸਵਾਸ ਸਵਾਸ ਭਜਨ ਕਰਨ ਵਾਲੇ ਸ਼ਾਂਤ ਆਤਮਾ ਗੁਰਮੁਖ, ਪਰਮਾਤਮਾ ਦੇ ਨਾਮ ਵਿੱਚ ਜੁੜੇ ਹੋਏ ਜਿਹੜੇ ਰੱਬ ਦੇ ਸੰਤ ਨੇ ਨਾ, ਜਨ ਸੇਵਕ ਵਾਹਿਗੁਰੂ ਦੇ, ਉਹਨਾਂ ਦੇ ਚਰਨੀ ਲੱਗ। ਮਤਲਬ ਸ਼ਰਨ 'ਚ ਪੈ, ਹੰਕਾਰ ਛੱਡ ਦੇ, ਆਪਣੇ ਆਪ ਨੂੰ ਬਹੁਤਾ ਦਲੀਲਬਾਜ਼ ਤੇ ਸਿਆਣਾ ਨਾ ਸਮਝ, ਸਾਧੂ ਜਨਾਂ ਦੀ ਸ਼ਰਨ ਵਿੱਚ ਪੈ। ਸਰਬ ਜੀ ਹੈ ਜਾ ਕੇ ਹਾਥ। ਜਿਸ ਵਾਹਿਗੁਰੂ ਦਾ ਭਜਨ ਕਰਨਾ, ਸੰਤਾਂ ਦੀ ਸ਼ਰਨ 'ਚ ਰਹਿ ਕੇ, ਸਾਰੇ ਜੀ ਉਸ ਪਰਮਾਤਮਾ ਦੇ ਹੱਥ ਵਿੱਚ ਨੇ। ਸਭਨਾਂ ਦੀ ਵਾਗ ਡੋਰ, ਉਹਨੂੰ ਕਰਤਾਰ ਕਿਹਾ ਜਾਂਦਾ ਹੈ। ਸਾਰਿਆਂ ਦੀ ਤਾਰ, ਜੀਵਨ ਦੀ ਤਾਰ ਜਿਹਦੇ ਕਰ ਹੱਥ ਵਿੱਚ ਹੈ। ਸਰਬ ਜੀ ਹੈ ਜਾ ਕੇ। ਜੀਵ ਸੁਤੰਤਰ ਨਹੀਂ ਹਨ, ਜਿਸ ਪਰਮਾਤਮਾ ਦੇ ਰਚੇ ਹਨ ਉਹਦੇ ਅਧੀਨ ਹਨ। ਸਾਰਿਆਂ ਦੇ ਸਿਰ 'ਤੇ ਸ਼੍ਰੋਮਣੀ ਵਾਹਿਗੁਰੂ ਹੈ। ਸਾਰੇ ਜੀਆਂ ਦੀ ਵਾਗ ਡੋਰ ਜਿਸ ਦੇ ਹੱਥ ਵਿੱਚ ਹੈ। ਕਦੇ ਨਾ ਵਿਛੜੈ ਸਭ ਕੈ ਸਾਥ। ਮਤ ਸਮਝੋ ਕਿ ਪਰਮਾਤਮਾ ਕਿਧਰੇ ਦੂਰ ਬੈਠਾ ਹੋਇਆ ਨਹੀਂ। ਗੋਬਿੰਦ ਗੁਪਤ ਹੋਏ ਰਹੇ ਉਹ ਨਿਆਰੋ। ਗੋਬਿੰਦ ਪਰਮਾਤਮਾ ਅਸੰਗ ਅਦੋਸ਼ ਨਿਰਲੇਪ ਹੈ, ਨਿਆਰਾ ਹੈ ਸਭ ਤੋਂ, ਪਰ ਦੂਰ ਨਾਹੀਂ ਮੇਰੋ ਪ੍ਰਭ ਪਿਆਰੋ। ਹਜ਼ੂਰ ਕਹਿੰਦੇ ਨੇ ਕਦੇ ਨਾ ਵਿਛੜਾ, ਕਦੇ ਵੀ ਜੀਆਂ ਤੋਂ ਕਿਸੇ ਤੋਂ ਵਿਛੜਦਾ ਨਹੀਂ, ਦੂਰ ਨਹੀਂ ਜਾਂਦਾ। ਸਭ ਕੈ ਸਾਥ, ਸਭ ਕੈ ਸੰਗੀ, ਸਭ ਕੈ ਨੀਰ। ਸੋ ਇਸ ਪ੍ਰਕਾਰ ਸਭਨਾਂ ਦੇ ਸਾਥ ਨਾਲ ਹੀ ਵਸਦਾ ਹੈ। ਵਾਹਿਗੁਰੂ ਜੀ ਦਾ ਭਜਨ ਕਰਨ ਲਈ ਤੈਨੂੰ ਕਹਿ ਰਿਹਾ। ਉਪਾਵ ਛੋੜ ਗਹੋ ਤਿਸ ਕੀ ਓਟ। ਹੋਰ ਉਪਾਵ ਕਰਨੇ ਛੱਡ ਦੇ। ਮੈਂ ਉਹ ਕੰਮ ਕਰ ਲਵਾਂ ਤੇ ਉਹਦੇ ਨਾਲ ਸੁੱਖ ਮਿਲੇਗਾ, ਉਹ ਕਰਾਂ ਤੇ ਉਹਦੇ ਨਾਲ ਸੁੱਖ ਮਿਲੇਗਾ। ਬੜੇ ਉਪਾਵ ਯਤਨ ਕੋਸ਼ਿਸ਼ਾਂ ਮਨੁੱਖ ਕਰਦਾ ਹੈ ਸੁਖੀ ਰਹਿਣ ਵਾਸਤੇ। ਹਜ਼ੂਰ ਕਹਿੰਦੇ ਨੇ ਗਹੋ ਤਿਸ ਕੀ ਓਟ। ਹੋਰ ਉਪਾਵ ਛੱਡ ਕੇ ਤਿਸ ਪਰਮਾਤਮਾ ਦੀ ਓਟ ਨੂੰ ਗਹੋ ਮੈਨੇ ਪਕੜ। ਵਾਹਿਗੁਰੂ ਦੀ ਓਟ, ਵਾਹਿਗੁਰੂ ਦਾ ਸਹਾਰਾ, ਵਾਹਿਗੁਰੂ ਦਾ ਆਸਰਾ ਪਕੜ ਲਾ। ਪਰਮਾਤਮਾ ਦੇ ਚਰਨ ਪਕੜ ਲਾ। ਨਿਮਖ ਮਾਹੇ ਹੋਵੇ ਤੇਰੀ ਛੋਟ। ਇੱਕ ਨਿਮਖ ਮਾਤਰ ਦੇ ਸਮੇਂ 'ਚ, ਪਲ ਭਰ ਵਿੱਚ ਹੀ, ਥੋੜ੍ਹੇ ਜਿਹੇ ਸਮੇਂ ਵਿੱਚ ਹੀ ਵਾਹਿਗੁਰੂ ਜੇ ਟੁੱਟ ਪਿਆ ਤੇ ਤੇਰੀ ਛੋਟ ਹੋ ਜਾਏਗੀ ਜਮਾਂ ਤੋਂ, ਵਿਕਾਰਾਂ ਤੋਂ, ਜੰਮਣ ਮਰਨ ਦੇ ਬੰਧਨਾਂ ਤੋਂ। ਛੋਟ ਦਾ ਮਤਲਬ ਛੁਟਕਾਰਾ ਹੋ ਜਾਂਦਾ। ਨਿਮਖ ਮਾਤਰ ਵਿੱਚ ਸਮੇਂ ਅੰਦਰ ਹੀ ਤੇਰਾ ਛੁਟਕਾਰਾ ਹੋ ਜਾਏਗਾ। ਤੂੰ ਬੰਦ ਖਲਾਸੀ ਪ੍ਰਾਪਤ ਕਰ ਲਵੇਂਗਾ। ਸਦਾ ਨਿਕਟ ਕਰ ਤਿਸ ਨੂੰ ਜਾਣ। ਤਿਸ ਪਰਮਾਤਮਾ ਨੂੰ ਦੂਰ ਨਾ ਸਮਝ। ਇਹੀ ਮਨੁੱਖ ਦੇ ਅੰਦਰ ਵੱਡਾ ਭਰਮ ਪੈ ਗਿਆ ਕਿ ਪਰਮਾਤਮਾ ਦੂਰ ਹੈ ਕਿਧਰੇ। ਹਜ਼ੂਰ ਕਹਿੰਦੇ ਨਹੀਂ, ਵਾਹਿਗੁਰੂ ਨੂੰ ਸਦਾ ਨੇੜੇ ਕਰਕੇ ਜਾਣ। ਤਿਸ ਪਰਮਾਤਮਾ ਨੂੰ ਪ੍ਰਭ ਕੀ ਆਗਿਆ ਸਤ ਕਰਮਾਨ। ਤੇ ਰੱਬ ਦੇ ਸੰਤਾਂ ਵਿੱਚ ਤੇ ਸੰਸਾਰੀਆਂ ਜੰਤਰ ਹੀ ਇਹੋ ਆ। ਆਠ ਪਹਿਰ ਨਿਕਟ ਕਰ ਜਾਨੈ, ਪ੍ਰਭ ਕਾ ਕੀਆ ਮੀਠਾ ਮਨ। ਅੱਠੇ ਪਹਿਰ ਪਰਮਾਤਮਾ ਨੂੰ ਨੇੜੇ ਕਰਕੇ ਜਾਣਦਾ ਸੰਤ। ਤੇ ਦੂਸਰਾ ਗੁਣ
ਕਿ ਪ੍ਰਭੂ ਦੇ ਹਰ ਕੀਤੇ ਕਰਮ ਨੂੰ, ਹਰ ਕਰਤੱਵ ਨੂੰ ਮਿੱਠਾ ਕਰਕੇ ਮੰਨਦਾ। ਪ੍ਰਭ ਕੀ ਆਗਿਆ ਸਤ ਕਰ ਮਾਨ। ਭਾਈ ਸੰਤੋਖ ਸਿੰਘ ਨੇ ਦੱਸਿਆ ਵੀ ਜੋ ਪਰਮਾਰਥ ਦਾ ਮਾਰਗ ਹੈ ਨਾ, ਇਹਦੇ ਵਿੱਚ ਹਉਮੈ ਤਜਨ, ਨਾਮ ਲਿਵ ਲਾਵਨ, ਭਾਣਾ ਮੰਨਣ ਪੰਥ ਪਾਵਨ। ਹੰਗਤਾ ਨੂੰ ਛੱਡਣਾ ਤੇ ਸ਼ਰਨ ਪੈ ਕੇ ਨਾਮ ਵਿੱਚ ਲਿਵ ਲਾਉਣੀ, ਤੇ ਤੀਸਰਾ ਵਾਹਿਗੁਰੂ ਦਾ ਭਾਣਾ ਮੰਨਣਾ। ਇਹੀ ਪਾਵਨ, ਇਹੀ ਪਵਿੱਤਰ ਰਸਤਾ ਹੈ ਵਾਹਿਗੁਰੂ ਦੇ ਮਿਲਣ ਦਾ। ਪ੍ਰਭ ਕੀ ਆਗਿਆ ਸਤ ਕਰਮਾਨ, ਗੁਰ ਕੈ ਬਚਨ ਮਿਟਾਵੋ ਆਪ। ਵਾਹਿਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨ, ਤੇ ਗੁਰੂ ਮਹਾਰਾਜ ਦੇ ਬਚਨਾਂ ਦੁਆਰਾ, ਸਤਿਗੁਰਾਂ ਦੇ ਬਚਨਾਂ ਦੁਆਰਾ ਮਿਟਾਵੋ ਆਪ। ਆਪਾ ਮਿਟਾ। ਆਪਾ ਕੀ ਮਤਲਬ ਹੈ? ਖੁਦਕਸ਼ੀ ਕਰ ਲਈ, ਆਪਣੇ ਆਪ ਨੂੰ ਮਿਟਾ ਲਈਏ? ਨਹੀਂ, ਖੁਦਕਸ਼ੀ ਕਰਨ ਨਾਲ ਸਰੀਰ ਮਿਟੇਗਾ, ਮਨ ਤੇ ਫਿਰ ਜਿਉਂਦਾ ਰਹੇਗਾ। ਹੰਕਾਰ ਨਹੀਂ ਮਿਟੇਗਾ। ਹੰਕਾਰ ਨੂੰ ਮਿਟਣਾ ਹੈ, ਆਪਾ ਮਿਟਾਉਣਾ। ਗੁਰੂ ਦੇ ਬਚਨਾਂ ਦੇ ਅਸਰ ਦੁਆਰਾ, ਗੁਰੂ ਦੇ ਬਚਨਾਂ ਨਾਲ ਜੁੜ ਕੇ ਆਪਣਾ ਆਪਾ, ਆਪਣੀ ਹੰਗਤਾ, ਆਪਣਾ ਸਵੈਪੁਣਾ, ਆਪਣੇ ਆਪ ਤੇ ਟੇਕ ਰੱਖਣੀ, ਆਪਣੇ ਆਪ ਨੂੰ ਕੁਛ ਮੰਨਣਾ, ਵੱਡਾ ਸਮਝਣਾ, ਉਹ ਆਪਾ ਭਾਵ ਹੈ ਨਾ ਜਿਹੜਾ ਅੰਦਰੋਂ ਮਿਟਾ ਦੇ। ਹਰ ਹਰ ਨਾਮ ਨਾਨਕ ਜਪ ਜਾਪ। ਤੇ ਇਸ ਤਰ੍ਹਾਂ ਆਪਾ ਮਿਟਾ ਕੇ ਵਾਹਿਗੁਰੂ ਵਾਹਿਗੁਰੂ ਨਾਮ ਦੇ ਜਪ ਨੂੰ ਜਪਿਆ ਕਰ, ਜਾਪ ਕਰ। ਵਾਹਿਗੁਰੂ ਵਾਹਿਗੁਰੂ ਨਾਮ ਦੇ ਜਾਪ ਨੂੰ ਜਪ। ਇਸ ਤਰ੍ਹਾਂ ਕਰੇਗਾ ਤੇ ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਇਹ ਸਤਿਗੁਰੂ ਮਹਾਰਾਜ ਨੇ ਇਸ ਸ਼ਬਦ ਵਿੱਚ ਸਿੱਖਿਆ ਬਖਸ਼ੀ ਹੈ। ਗੌੜੀ ਗਵਾਰੇਰੀ ਮਹੱਲਾ ਪੰਜਵਾ। ਗੌੜੀ ਰਾਗਣੀ ਵੰਨਗੀ ਗਵਾਰੇਰੀ ਤੇ ਮਹੱਲਾ ਪੰਜਵਾ। ਪੰਚਮ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਬਚਨ ਫਰਮਾਉਂਦੇ ਨੇ। ਗੁਰ ਕਾ ਬਚਨ ਸਦਾ ਅਬਿਨਾਸੀ। ਸਤਿਗੁਰੂ ਮਹਾਰਾਜ ਦਾ ਜੋ ਬਚਨ ਹੈ ਸਦਾ ਵਾਸਤੇ ਵਿਨਾਸ਼ ਤੋਂ ਰਹਿਤ ਹੈ। ਗੁਰੂ ਦੇ ਬਚਨ ਦਾ ਕਦੇ ਨਾਸ਼ ਨਹੀਂ ਹੁੰਦਾ, ਭਾਵ ਕਿ ਸਦਾ ਵਾਸਤੇ ਕਲਿਆਣ ਕਰਨ ਵਾਲਾ। ਗੁਰੂ ਦਾ ਬਚਨ, ਜਿਵੇਂ ਬਚਨ ਹਨ, ਗੁਰ ਕਾ ਬਚਨ ਬਸੈ ਜੀਅ ਨਾਲੇ। ਕਿਤੇ ਉਜਾੜ ਵਿੱਚ ਵੀ ਬੈਠਾ ਹੋਇਆ ਜੀਵ ਗੁਰੂ ਕੀ ਬਾਣੀ ਉਚਾਰਦਾ ਹੈ ਤੇ ਗੁਰ ਮੇਰਾ ਸੰਗ ਸਦਾ ਹੈ ਨਾਲੇ। ਸਤਿਗੁਰੂ ਸ਼ਬਦ ਰੂਪ ਹਨ ਤੇ ਸਤਿਗੁਰੂ ਮਹਾਰਾਜ ਦਾ ਬਚਨ ਨਾਸ਼ ਤੋਂ ਰਹਿਤ। ਸਰੀਰ ਸਦਾ ਨਹੀਂ ਰਹਿੰਦੇ, ਪਰ ਬਚਨ ਉਦੋਂ ਤੋਂ ਲੈ ਕੇ ਹੁਣ ਤੱਕ ਕਲਿਆਣ ਕਰ ਰਹੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਕਲਿਆਣ ਕਰਨਗੇ। ਗੁਰੂ ਦਾ ਬਚਨ ਸਦਾ ਵਾਸਤੇ ਗਿਆਨ ਭਰਪੂਰ ਤੇ ਕਲਿਆਣ ਕਰਨ ਦੀ ਸਮਰੱਥਾ ਵਾਲਾ ਹੈ। ਇਸ ਕਰਕੇ ਨਾਸ ਤੋਂ ਰਹਿਤ ਹੈ ਗੁਰੂ ਦਾ ਬਚਨ। ਗੁਰ ਕੈ ਬਚਨ ਕੱਟੀ ਜਮ ਫਾਸੀ। ਗੁਰੂ ਦੇ ਬਚਨਾਂ ਦੁਆਰਾ ਕਈਆਂ ਦੀ ਜਮਾਂ ਦੀ ਫਾਹੀ ਕੱਟੀ ਜਾ ਚੁੱਕੀ ਹੈ, ਹੁਣ ਵੀ ਕੱਟੀ ਜਾ ਰਹੀ ਹੈ, ਆਉਣ ਵਾਲੇ ਸਮੇਂ 'ਚ ਵੀ ਜਮਾਂ ਦੀ ਫਾਹੀ ਕੱਟੀ ਜਾਏਗੀ। ਗੁਰ ਕਾ ਬਚਨ ਜੀ ਕੈ ਸੰਗ। ਸਤਿਗੁਰੂ ਮਹਾਰਾਜ ਦਾ ਬਚਨ ਜੀਵ ਆਤਮਾ ਦੇ ਸੰਗ ਸਾਥ ਰਹਿੰਦਾ ਹੈ। ਜਿਵੇਂ ਬਚਨ ਹਨ ਕਿ ਇਸ ਨੂੰ ਤਸਕਰ ਚੋਰ ਚੋਰੀ ਨਹੀਂ ਕਰ ਸਕਦਾ, ਪਾਣੀ ਡੋਬ ਨਹੀਂ ਸਕਦਾ ਤੇ ਅੱਗ ਨਹੀਂ ਸਾੜ ਸਕਦੀ। ਸਿਮਰਾਓ ਸਿਮਰ ਸਿਮਰ ਸੁਖ ਪਾਓ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨ ਸਾਕੈ ਜਾਲੇ। ਨਿਰਧਨ ਕੋ ਧਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ। ਸਾਗਰ ਮੈਂ ਬੋਹਿਤ ਪਾਇਓ, ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਇਸ ਪ੍ਰਕਾਰ ਗੁਰੂ ਦਾ ਬਚਨ ਸਦਾ ਹੀ ਜੀਵ ਦੇ ਸੰਗ ਸਾਥ ਹੈ ਲੋਕ ਪਰਲੋਕ ਵਿੱਚ। ਤਾਂ ਹੀ ਸਤਿਗੁਰਾਂ ਕਿਹਾ ਸੀ ਸਾਡਾ ਸਰੂਪ ਸ਼ਬਦ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਵਾਇਆ, ਬਾਣੀ ਇਕੱਤਰ ਕੀਤੀ ਹੈ ਤੇ ਜਿਲਦ ਬਣਾ ਕੇ ਗੁਰਮੁਖ ਪਿਆਰੇ ਲਾਹੌਰ ਤੋਂ ਲਿਆਏ ਸਨ, ਤਾਂ ਭਾਦਰੋਂ ਸੁਦੀ ਏਕਮ ਤੇ 1661 ਬਿਕਰਮੀ ਸੰਮਤ ਨੂੰ ਹਰਿਮੰਦਰ ਸਾਹਿਬ ਜਦੋਂ ਨਗਰ ਕੀਰਤਨ ਦੀ ਸ਼ਕਲ ਵਿੱਚ ਪਾਲਕੀ 'ਚ ਸੁਭਾਏਮਨ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਂਦਾ ਗਿਆ, ਤਾਂ ਫਿਰ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਸਿੰਘ ਥਾਪ ਕੇ ਤਾਂ ਬੁੱਢਾ ਸਾਹਿਬ ਖੋਲ੍ਹੋ ਗ੍ਰੰਥ ਲਿਹੋ, ਆਵਾਜ਼ ਸੁਣੈ ਸਭ ਪੰਥ। ਭਾਈ ਬੁੱਢੇ ਗ੍ਰੰਥ ਕੋ ਖੋਲਾ ਲੈ, ਆਵਾਜ਼ ਬੁੱਢਾ ਮੁੱਖ ਬੋਲਾ। ਉੱਚੀ ਬੁਲੰਦ ਆਵਾਜ਼ ਵਿੱਚ ਆਵਾਜ਼ਾ ਲਿਆ। ਗੁਰੂ ਗ੍ਰੰਥ ਸਾਹਿਬ ਦਾ
ਹੁਕਮਨਾਮਾ ਸਾਹਿਬ ਲਿਆ। ਸਾਰਾ ਦਿਨ ਕੀਰਤਨ ਹੋਇਆ, ਪਹਿਰ ਰਾਤ ਗਈ ਨਾਲ। ਹਜ਼ੂਰ ਕਹਿੰਦੇ ਭਈ ਪੋਥੀ ਸਾਹਿਬ ਦਾ ਸੁਖ ਆਸਣ ਕੀਤਾ ਜਾਏ, ਪੋਥੀ ਸਾਹਿਬ ਨੂੰ ਸੁਭਾਇਮਾਨ ਕੀਤਾ ਜਾਏ। ਕਿੱਥੇ ਜੀ? ਕੋਠਾ ਸਾਹਿਬ, ਅਕਾਲ ਤਖ਼ਤ ਸਾਹਿਬ ਦੇ ਅੰਦਰ ਜੋ ਕੋਠਾ ਸਾਹਿਬ ਆ, ਉੱਥੇ ਹਜ਼ੂਰ ਗੁਰੂ ਅਰਜਨ ਸਾਹਿਬ ਜੀ ਬਿਰਾਜਿਆ ਕਰਦੇ ਸੀ। ਮਹਾਰਾਜ ਕਹਿੰਦੇ ਪਲੰਗ ਤੋਂ ਵਿਛਾਈ ਚੁੱਕ ਦਿਓ ਅਤੇ ਨਵੀਂ ਵਿਛਾਈ ਕਰੋ ਸਫਾਈ ਕਰਕੇ, ਉੱਥੇ ਸੁਖ ਆਸਣ ਹੋਏਗਾ। ਫਿਰ ਸਿੱਖਾਂ ਨੇ ਕਿਹਾ ਮਹਾਰਾਜ ਤੁਹਾਡੇ ਲਈ ਹੋਰ ਪਲੰਗ ਢਾ ਦਈਏ? ਕਹਿੰਦੇ ਨਹੀਂ, ਨਾ ਹੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਨਾਲੋਂ ਉੱਚੀ ਥਾਂ ਬੈਠੇ ਗੁਰੂ ਅਰਜਨ ਦੇਵ ਜੀ ਸੰਗਤ 'ਚ ਹੀ ਬੈਠਿਆ ਕਰਦੇ ਸਨ। ਅਤੇ ਫਿਰ ਸੁਖ ਆਸਣ ਤੋਂ ਬਾਅਦ ਪਲੰਗ 'ਤੇ ਨਹੀਂ ਬਿਰਾਜੇ, ਭੁੰਜੇ ਥੱਲੇ, ਪਲੰਗ ਦੇ ਥੱਲੇ ਚਿੱਟੀ ਚਾਦਰ ਅੱਜ ਵੀ ਵਿਛਦੀ ਆ, ਕੋਈ ਯਾਦਗਾਰੀ ਚਾਦਰ ਆ, ਉੱਥੇ ਬਿਰਾਜੇ। ਕੁਝ ਸਿਆਣੇ ਸਿੱਖਾਂ ਨੇ ਕਿਹਾ ਮਹਾਰਾਜ ਬਾਣੀ ਤਾਂ ਤੁਹਾਡੀ ਰਚੀ ਹੋਈ ਹੈ ਨਾ, ਅਤੇ ਤੁਸੀਂ ਇੰਨਾ ਵੱਧ ਸਤਿਕਾਰ ਕਿਉਂ? ਤਾਂ ਗੁਰੂ ਮਹਾਰਾਜ ਨੇ ਕਿਹਾ ਇਹ ਤੁਰਕੀ ਬਾਣੀ ਅਕਾਲ ਪੁਰਖ ਦੀ ਸਿਫਤ ਹੈ, ਵਡਿਆਈ ਹੈ, ਉਸੇ ਵੱਲੋਂ ਆਈ, ਸੰਸਾਰ ਦੀ ਕਲਿਆਣ ਕਰਨ ਵਾਲੀ, ਸਰੀਰਾਂ ਨਾਲੋਂ ਉੱਤਮ ਹੈ। ਹਜ਼ੂਰ ਨੇ ਕਿਹਾ ਸਤਿਗੁਰ ਕੇਰ ਸਰੀਰ ਹੈ ਜੋ, ਜਿਹੜੇ ਸਤਿਗੁਰਾਂ ਦੇ ਸਰੀਰ ਨੇ, ਸਭ ਥਾਨ ਸਮੇਂ ਸਭ ਨਾ ਦਰਸਾ ਹੈ, ਸਾਰਿਆਂ ਅਸਥਾਨਾਂ 'ਤੇ ਸਾਰਿਆਂ ਸਮਿਆਂ 'ਚ ਇੱਕੋ ਵਾਰੀ ਸਾਰਿਆਂ ਥਾਵਾਂ 'ਤੇ ਜੇ ਦਰਸ਼ਨ ਕਰਨਾ ਹੋਏ ਤਾਂ ਗੁਰੂ ਮਹਾਰਾਜ ਦਾ ਸਰੀਰ ਤਾਂ ਇੱਕ ਦੇਸ਼ੀ ਹੋਏਗਾ, ਇੱਕੋ ਸਮੇਂ ਸਾਰਿਆਂ ਥਾਵਾਂ 'ਤੇ ਦਰਸ਼ਨ ਨਹੀਂ ਹੋ ਸਕੇਗਾ, ਬਹੁਤੀਆਂ ਥਾਵਾਂ 'ਤੇ ਇੱਕੋ ਸਮੇਂ ਦਰਸ਼ਨ ਨਹੀਂ ਹੋ ਸਕਦਾ। ਗ੍ਰੰਥ ਹਿਰਦਾ ਗੁਰ ਕੋ ਇਹ ਜਾਨੋ, ਉੱਤਮ ਹੈ ਸਭ ਕਾਲ ਰਿਹਾ ਹੈ। ਇਹ ਗੁਰਾਂ ਦਾ ਹਿਰਦਾ ਹੈ ਜੋ ਸ਼ਬਦ ਹੈ, ਸਰੀਰਾਂ ਤੋਂ ਉੱਤਮ ਹੈ, ਸਾਰਿਆਂ ਸਮਿਆਂ 'ਚ ਜਿੱਥੇ ਮਰਜ਼ੀ ਦਰਸ਼ਨ ਕਰ ਲਓ। ਸਰੀਰ ਨਹੀਂ ਰਹਿਣਗੇ ਪਰ ਗੁਰੂ ਦਾ ਸ਼ਬਦ ਸਦਾ ਰਹੇਗਾ। ਉੱਤਮ ਹੈ ਸਭ ਥਾਨ ਰਹਾ ਹੈ, ਪੂਜੋ ਚੰਦਨ ਕੇਸਰ ਕੋ ਘਾਸ, ਧੂਪ ਤੁਖਾਏ ਕੈ ਫੂਲ ਚੜਾਹੋ। ਚੰਦਨ ਕੇਸਰ ਰਗੜ ਕੇ ਪੂਜਾ ਕਰੋ, ਸੁਗੰਧੀਆਂ ਛਿੜਕੋ, ਧੂਪ ਤੁਖਾਓ, ਫੁੱਲ ਅਰਪਣ ਕੀਤੇ ਜਾਣ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਵਾਹਿਗੁਰੂ ਦੇ ਨਾਮ ਦਾ, ਮੁੱਖ ਵਾਕ ਬਾਣੀ ਦਾ, ਤੁਰਕੀ ਬਾਣੀ ਦਾ, ਵਾਹਿਗੁਰੂ ਦੀ ਵਡਿਆਈ ਦਾ, ਇਸ ਪਵਿੱਤਰ ਬਾਣੀ ਦਾ ਇੰਨਾ ਸਤਿਕਾਰ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤਾ। ਇੱਥੇ ਵੀ ਕਿਉਂਕਿ ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਬਚਨ ਗੁਰੂ ਜੋ ਪੂਰਾ ਕਹਿਓ, ਮੈਂ ਸ਼ੀਕ ਗਾਂਠਰੀ ਵਾਧਾ। ਬਚਨ ਹੀ ਕਲਿਆਣ ਕਰਨ ਵਾਲਾ। ਗੁਰ ਕੈ ਬਚਨ ਰਚੈ ਰਾਮ ਕੈ ਰੰਗ। ਗੁਰੂ ਦੇ ਬਚਨਾਂ ਨਾਲ ਜੇ ਕੋਈ ਸ਼ਰਧਾ ਰੱਖੇ, ਭਾਵਨਾ ਰੱਖੇ, ਗੁਰੂ ਦੇ ਬਚਨ ਨਾਲ ਜੁੜੇ, ਤੇ ਬਚਨਾਂ ਦੁਆਰਾ ਰਚ ਜਾਂਦਾ ਹੈ ਜੀਵ ਰਾਮ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ। ਗੁਰੂ ਦੇ ਬਚਨਾਂ ਨਾਲ ਸ਼ਰਧਾ ਰੱਖਣ ਵਾਲਾ ਗੁਰੂ ਦੇ ਬਚਨਾਂ ਦੁਆਰਾ ਰਾਮ ਦੇ ਪ੍ਰੇਮ ਰੰਗ ਵਿੱਚ, ਆਨੰਦ ਵਿੱਚ ਰਚ ਜਾਂਦਾ ਹੈ। ਜੋ ਗੁਰ ਦੀਆ ਸੋ ਮਨ ਕੈ ਕਾਮ। ਜੋ ਕੁਝ ਗੁਰੂ ਸਾਹਿਬ ਨੇ ਦਿੱਤਾ ਨਾ ਸਿੱਖ ਨੂੰ ਆਪ ਤੁੱਠ ਕੇ, ਕਿਉਂਕਿ ਨਾਨਕ ਸਾਹਿਬ ਕਰਮਾਤ ਸਾਹਿਬ ਤੁੱਠਾ ਜੋ ਮਿਲੇ। ਕਰਮਾਤ ਕਰਮ ਬਖਸ਼ਿਸ਼, ਜੋ ਸਾਹਿਬ ਤੁੱਠ ਕੇ ਆਪਣੀ ਮਰਜ਼ੀ ਨਾਲ ਬਖਸ਼ਦਾ ਹੈ ਉਹ ਬਹੁਤ ਵੱਡੀ ਬਖਸ਼ਿਸ਼ ਹੈ। ਜੋ ਕੁਝ ਗੁਰੂ ਮਹਾਰਾਜ ਨੇ ਦਿੱਤਾ ਹੈ ਉਹ ਜੀਵ ਦੇ ਮਨ ਦੇ ਕੰਮ ਆਉਣ ਵਾਲਾ ਹੈ। ਜੀਵ ਦਾ ਜਿਹੜਾ ਮਨ ਹੈ ਇਹਦੀ ਕਲਿਆਣ ਕਰਨ ਵਾਲਾ, ਇਹਦੇ ਕੰਮ ਆਵੇਗਾ। ਜਿਵੇਂ ਬਚਨ ਹਨ ਕਿ ਥੈਲੀ ਸੰਚੋ ਸ਼ਰਮ ਕਰੋ, ਥਾਗ ਪਰੋ ਗਵਾਰ, ਮਨ ਕੈ ਕਾਮ ਨਾ ਆਵੇ ਅੰਤੇ ਅਵਸਰ ਬਾਰ। ਅੰਤੀ ਅਵਸਰ ਬਾਰ, ਅੰਤ ਨੂੰ ਜਿਹੜਾ ਅਖੀਰਲਾ ਸਮਾਂ, ਉਦੋਂ ਧਨ ਜੋੜਿਆ ਕੰਮ ਨਹੀਂ ਆਏਗਾ। ਉਦੋਂ ਤਾਂ ਵਾਹਿਗੁਰੂ ਦਾ ਜਪਿਆ ਨਾਮ, ਸਤਿਗੁਰੂ ਦੀ ਬਾਣੀ ਜੇ ਤੁਹਾਡੇ ਕੋਲ ਹੈ ਤਾਂ ਸਹਾਈ ਹੋਵੇਗੀ। ਜੋ ਕੁਝ ਸਤਿਗੁਰੂ ਜੀ ਨੇ ਬਖਸ਼ਿਆ ਸਿੱਖ ਨੂੰ, ਇਹ ਮਨ ਦੇ ਕੰਮ ਆਉਣ ਵਾਲਾ ਹੈ। ਸੰਤ ਕਾ ਕੀਆ ਸਤ ਕਰਮਾਨ। ਸੰਤ ਸਤਿਗੁਰੂ ਦਾ ਕੀਤਾ ਹੋਇਆ ਕੋਈ ਕਰਮ, ਜੋ ਕੁਝ ਸਤਿਗੁਰੂ ਨੇ ਕੀਤਾ ਹੈ, ਜੋ ਪੁੱਗੇ ਹੋਏ ਰੱਬ ਦੇ ਸੰਤ ਨੇ ਕੀਤਾ, ਉਹਨੂੰ ਸਤ ਕਰਕੇ ਮੰਨ। ਜਿਵੇਂ ਬਚਨ ਹੈ ਨਾ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਸੰਤ ਵੀ ਉਹ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਹੈ, ਸਤਿਗੁਰੂ ਦੇ ਅਨੁਸਾਰੀ ਹੋ ਕੇ ਚੱਲਦਾ ਹੈ, ਵਾਹਿਗੁਰੂ ਦੇ ਨਾਲ ਜੁੜਿਆ ਹੋਇਆ, ਉਹਦੇ ਕੀਤੇ ਨੂੰ ਸਤ ਕਰਕੇ ਮੰਨ ਰਹਾਓ। ਗੁਰ ਕਾ ਬਚਨ ਅਟਲ ਅਛੇਦ। ਸਤਿਗੁਰੂ ਮਹਾਰਾਜ ਦਾ ਉਚਾਰਿਆ ਹੋਇਆ ਕੋਈ ਵੀ ਸਿੱਖਿਆਦਾਇਕ ਬਚਨ ਮੁਖ ਤੋਂ ਉਚਾਰਿਆ ਹੋਇਆ ਅਟਲ ਹੈ। ਉਸ ਬਚਨ ਦੇ ਵਿੱਚ ਕੋਈ ਊਣਤਾ ਹੀ ਨਹੀਂ, ਅਟਲ ਹੈ, ਉਹ ਟਾਲਿਆ ਨਹੀਂ ਜਾ ਸਕਦਾ। ਜੋ ਕਰਤਾ ਬਚਨ ਹੋਵੇਗਾ। ਅਛੇਦ, ਛੇਦੇ ਜਾਣ ਤੋਂ, ਨਾਸ ਕਰਨ ਤੋਂ ਰਹਿਤ ਹੈ। ਉਹ ਛੇਦਿਆ ਕੱਟਿਆ ਵੱਢਿਆ ਨਹੀਂ ਜਾ ਸਕਦਾ। ਗੁਰੂ ਦੇ ਬਚਨ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਗੁਰ ਕੈ ਬਚਨ ਕੱਟੇ ਭਰਮ ਭੇਦ। ਗੁਰੂ ਦੇ ਬਚਨ ਰਾਹੀਂ ਕੱਟੇ ਜਾਂਦੇ ਹਨ ਸਾਰੇ ਵਹਿਮ ਭਰਮ। ਭਟਕਣਾ ਮਨ ਦੀਆਂ ਕੱਟੀਆਂ ਜਾਂਦੀਆਂ ਹਨ। ਭੇਦ ਫਰਕ ਵਿਤਕਰੇ ਜਿਹੜੇ ਹਨ, ਇੱਕ ਦੂਜੇ ਨਾਲ ਜਿਹੜੇ ਵਿਤਕਰੇ ਕਰਨੇ ਸੰਸਾਰ ਦੇ ਜੀਆਂ ਨਾਲ, ਇਹ ਵਿਤਕਰੇ ਮਿਟ ਜਾਂਦੇ ਨੇ, ਭਰਮ ਮਿਟ ਜਾਂਦਾ ਹੈ, ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗੁਰ ਕਾ ਬਚਨ ਕਤਹੁ ਨਾ ਜਾਏ। ਜੇ ਗੁਰੂ ਦਾ ਬਚਨ ਕੋਈ ਧਾਰਨ ਕਰੇ ਤੇ ਇਹ ਸਾਥ ਛੱਡ ਕੇ ਕਿਧਰੇ ਜਾਂਦਾ ਨਹੀਂ। ਗੁਰ ਕੈ ਬਚਨ ਹਰ ਕੇ ਗੁਣ ਰਵੈ। ਗੁਰ ਕੈ ਬਚਨ ਹਰ ਕੇ ਗੁਣ ਗਾਏ। ਤੇ ਜਿਹੜਾ ਸਿੱਖ ਗੁਰੂ ਦੇ ਬਚਨਾਂ ਨਾਲ ਜੁੜਦਾ, ਇਹਨਾਂ ਬਚਨਾਂ ਦੁਆਰਾ ਹਰੀ ਪ੍ਰਮਾਤਮਾ ਦੇ ਗੁਣ ਗਾਈਦੇ ਨੇ, ਗੁਣ ਗਾਉਂਦਾ ਹੈ। ਜਿਹੜਾ ਵੀ ਗੁਰੂ ਦੇ ਬਚਨਾਂ ਨਾਲ ਜੁੜਿਆ, ਗੁਰੂ ਦੇ ਬਚਨਾਂ ਰਾਹੀਂ ਹਰੀ ਕੇ ਗੁਣ ਗਾਉਂਦਾ ਹੈ। ਗੁਰ ਕਾ ਬਚਨ ਜੀ ਕੈ ਸਾਥ। ਗੁਰੂ ਦਾ ਬਚਨ ਜੀਵ ਆਤਮਾ ਦੇ ਸਾਥ ਨਾਲ ਨਿਭਦਾ ਹੈ। ਗੁਰੂ ਕਾ ਬਚਨ ਅਨਾਥ ਕੋ ਨਾਥ। ਜਿਹੜੇ ਅਨਾਥ ਯਤੀਮ ਹਨ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੈ, ਉਹਨਾਂ ਵਾਸਤੇ, ਅਨਾਥਾਂ ਵਾਸਤੇ ਨਾਥ ਮਾਲਕ ਵਾਂਗ ਹੈ। ਗੁਰੂ ਦਾ ਬਚਨ ਨਾਲ ਹੈ ਤੇ ਸਹਾਈ ਹੁੰਦਾ ਦੋਵਾਂ ਜਹਾਨਾਂ 'ਚ। ਜਿਵੇਂ ਭੂਮੀਏ ਚੋਰ ਦੇ ਤਾਂ ਹੀ ਸਤਿਗੁਰੂ ਦੇ ਬਚਨ ਸਹਾਈ ਹੋਏ ਸੀ। ਕਹਿੰਦਾ ਸੀ ਚੋਰੀ ਨਹੀਂ ਛੁੱਟ ਸਕਦੀ ਜੀ, ਕਰਮਾਂ 'ਚ ਆ ਚੁੱਕੀ ਹੈ, ਕਰਮੀ ਹੈ। ਹਜ਼ੂਰ ਨੇ ਕਿਹਾ ਸੀ ਅੱਛਾ ਚੋਰੀ ਬਿਲਕੁਲ ਨਾ ਛੱਡ, ਪਰ ਧਿਆਨ ਰੱਖੀ ਕੁਝ ਬਚਨ ਸਾਡੇ ਕਮਾ ਲਏਗਾ ਤੇ ਤਰ ਜਾਏਗਾ। ਕਿਹਾ ਸੀ ਦੱਸੋ। ਹਜ਼ੂਰ ਨੇ ਕਿਹਾ ਸੀ ਇੱਕ ਤਾਂ ਜਿਹਦਾ ਲੂਣ ਖਾਏ ਉਹਦੇ ਘਰ ਚੋਰੀ ਨਹੀਂ ਕਰਨੀ, ਇੱਕ ਗਰੀਬ ਮਾਰ ਨਹੀਂ ਕਰਨੇ, ਕਿਸੇ ਗਰੀਬ ਨੂੰ ਨਹੀਂ ਲੁੱਟਣਾ ਹੈ। ਇਸ ਪ੍ਰਕਾਰ ਦੇ ਬਚਨ ਹਜ਼ੂਰ ਨੇ ਕੀਤੇ ਸੀ। ਤੇ ਉਹਨੇ ਕੋਈ ਲੁੱਟਿਆ ਬੰਦਾ ਜਾਂ ਮਾਰਿਆ ਤੇ ਉਹ ਹੈ ਸੀ ਗਰੀਬ, ਉਹਦੇ ਕੋਲ ਨਿਕਲਿਆ ਕੁਛ ਨਾ, ਫਿਰ ਉਹ ਕੰਮ ਉਹਨੇ ਛੱਡਤਾ। ਫਿਰ ਕਹਿਣ ਲੱਗਾ ਰਾਜੇ ਦੇ ਘਰ ਚੋਰੀ ਕਰਦੇ ਆ, ਗਰੀਬ ਮਾਰ ਤੇ ਕਰਨੀ ਨਹੀਂ। ਉਥੋਂ ਰਾਣੀਆਂ ਦੇ ਗਹਿਣੇ ਸਾਰੇ ਬੰਨ ਲਏ ਸੀ, ਪਰ ਇੱਕ ਭਾਂਡੇ 'ਚ ਕੋਈ ਚਿੱਟਾ ਜਿਹਾ ਚਮਕਿਆ ਕੋਈ ਚੀਜ਼ ਵਸਤੂ, ਉਹਨੇ ਸਮਝਿਆ ਵੀ ਕੋਈ ਖਾਣ ਵਾਲੀ ਚੀਜ਼ ਆ, ਪਰ ਉਹ ਸੀ ਲੂਣ। ਉੱਥੇ ਹੀ ਸਾਰੇ ਛੱਡਤੇ ਗਹਿਣੇ ਤੇ ਫਿਰ ਉਤਰ ਗਿਆ, ਚਲਾ ਗਿਆ। ਬੜੇ ਹੈਰਾਨ ਹੋਇਆ ਹਲਕਾਰ ਵੀ ਕਿਸੇ ਨੇ ਚੋਰੀ ਕਰਨ ਦਾ ਯਤਨ ਕੀਤਾ ਪਰ ਛੱਡ ਗਿਆ। ਤੇ ਉਹ ਨਗਰ ਨਿਵਾਸੀਆਂ ਨੂੰ ਕੁੱਟ ਪੈ ਰਹੀ ਸੀ ਬਕਾਉਣ ਵਾਸਤੇ। ਤੇ ਭੂਮੀਏ ਚੋਰ ਨੂੰ ਕਿਹਾ ਸੀ ਸਤਿਗੁਰਾਂ ਨੇ ਵੀ ਝੂਠ ਨਹੀਂ ਬੋਲਣਾ, ਸੱਚ ਬੋਲਣਾ ਤੇ ਇੱਕ ਗਰੀਬ ਮਾਰ ਨਹੀਂ ਹੋਣ ਦੇਣੀ। ਕਹਿਣ ਲੱਗਾ ਮੇਰੀ ਖਾਤਰ ਗਰੀਬ ਕੁੱਟ ਖਾ ਰਹੇ ਲੋਕ। ਫਿਰ ਜਾ ਕੇ ਆਪ ਬੋਲਿਆ, ਕਹਿਣ ਲੱਗਾ ਮੈਂ ਚੋਰੀ ਕੀਤੀ ਸੀ। ਕਹਿੰਦੇ ਕਿਉਂ? ਫਿਰ ਛੱਡ ਗਿਆ। ਕਹਿਣ ਲੱਗਾ ਇਸ ਕਰਕੇ। ਫਿਰ ਉਸ ਰਾਜੇ ਨੇ ਉਹਨੂੰ ਆਪਣਾ ਖਾਸ ਅਹਿਲਕਾਰ ਬਣਾ ਲਿਆ ਸੀ, ਬੜਾ ਵੱਡਾ ਰੁਤਬਾ ਮਿਲ ਗਿਆ ਸੀ ਉਹਨੂੰ। ਭੂਮੀਆਂ ਚੋਰ ਭੂਮੀਆਂ ਅਹਿਲਕਾਰ ਬਣ ਗਿਆ ਰਾਜੇ ਦਾ, ਬਾਦਸ਼ਾਹ ਦਾ, ਬੜੇ ਵੱਡੇ ਰੁਤਬੇ 'ਤੇ ਪਹੁੰਚ ਗਿਆ ਤੇ ਲੋਕ ਪ੍ਰਲੋਕ ਸੌਰ ਗਿਆ। ਸੋ ਇਸ ਪ੍ਰਕਾਰ ਗੁਰੂ ਦਾ ਬਚਨ ਸਦਾ ਵਾਸਤੇ ਭਲਾ ਕਰਦਾ। ਗੁਰੂ ਕੈ ਬਚਨ ਨਰਕ ਨਾ ਪਵੈ। ਜਿਹੜਾ ਗੁਰੂ ਦੇ ਬਚਨਾਂ ਦੇ ਅਨੁਸਾਰ ਚੱਲਦਾ ਉਹ ਜੀਵ ਨਰਕਾਂ ਵਿੱਚ ਨਹੀਂ ਪੈਂਦਾ, ਨਰਕ ਵਿੱਚ ਨਹੀਂ ਪਵੇਗਾ। ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ। ਜੇ ਗੁਰੂ ਦੇ ਬਚਨਾਂ ਨਾਲ ਜੁੜਿਆ ਰਹੇ, ਗੁਰੂ ਦੇ ਬਚਨ ਨਾਲ ਪ੍ਰੇਮ ਕਰੇ ਤੇ ਫਿਰ ਜਿਹੜੀ ਸਾਡੀ ਰਸਨਾ ਨਾ, ਇਹ ਅੰਮ੍ਰਿਤ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਨ ਲੱਗ ਜਾਂਦੀ ਹੈ। ਗੁਰੂ ਦੇ ਬਚਨਾਂ ਨਾਲ ਜੁੜਨ ਵਾਲਾ, ਗੁਰੂ ਦੇ ਬਚਨਾਂ ਦੁਆਰਾ, ਰਸਨਾ ਦੁਆਰਾ ਅੰਮ੍ਰਿਤ, ਆਤਮਿਕ ਮੌਤ ਨੂੰ ਖਤਮ ਕਰਨ ਵਾਲਾ ਜਿਹੜਾ ਵਾਹਿਗੁਰੂ ਦਾ ਨਾਮ ਹੈ, ਉਸ ਨੂੰ ਰਵੈ ਉਚਾਰਨ ਕਰਨ ਲੱਗ ਪੈਂਦਾ ਹੈ। ਗੁਰ ਕਾ ਬਚਨ ਪ੍ਰਗਟ ਸੰਸਾਰ। ਗੁਰੂ ਮਹਾਰਾਜ ਨੇ ਆਪਣੇ ਬਚਨਾਂ ਨੂੰ ਛੁਪਾਇਆ ਨਹੀਂ ਹੈ ਵੀ ਆਓ ਮੇਰੇ ਕੋਲ ਤੁਹਾਡੇ ਕੰਨ 'ਚ ਮੰਤਰ ਦਿਆਂ, ਉਪਦੇਸ਼ ਦਿਆਂ, ਦੂਜੇ ਨੂੰ ਨਾ ਦੱਸਿਓ। ਜੇ ਤੁਸੀਂ ਦੱਸਿਆ ਤੁਹਾਡੀ ਜ਼ੁਬਾਨ 'ਚ ਕੀੜੇ ਪੈ ਜਾਣਗੇ। ਐਸਾ ਗੁਰੂ ਮਹਾਰਾਜ ਨੇ ਨਹੀਂ ਕੀਤਾ। ਸਤਿਗੁਰੂ ਦਾ ਬਚਨ ਸੰਸਾਰ ਵਿੱਚ ਪ੍ਰਗਟ ਹੈ, ਪ੍ਰਸਿੱਧ ਹੈ। ਸਤਿਗੁਰੂ ਦੇ ਬਚਨਾਂ ਨੂੰ ਸੰਸਾਰ ਸਿਰ ਝੁਕਾਉਂਦਾ ਹੈ। ਭਲੇ ਲੋਕ ਸੰਸਾਰ ਵਿੱਚ ਪ੍ਰਗਟ ਹੈ ਪ੍ਰਤਾਪ ਗੁਰੂ ਦੇ ਬਚਨਾਂ ਦਾ। ਗੁਰੂ ਕੈ ਬਚਨ ਨਾ ਆਵੈ ਹਾਰ। ਜਿਹੜਾ ਗੁਰੂ ਦੇ ਬਚਨ ਦੁਆਰਾ ਚੱਲਦਾ ਹੈ ਨਾ, ਗੁਰੂ ਦੇ ਬਚਨਾਂ ਅਨੁਸਾਰ, ਉਹ ਹਾਰ ਕੇ ਨਹੀਂ ਆਉਂਦਾ। ਭਾਵ ਵਾਹਿਗੁਰੂ ਦੀ ਦਰਗਾਹ ਵਿੱਚ ਮਨੁੱਖਾ ਜਨਮ ਹਾਰ ਕੇ ਨਹੀਂ ਪਹੁੰਚਦਾ ਹੈ। ਜਿਸ ਜਨ ਹੋਏ ਆਪ ਕਿਰਪਾਲ। ਜਿਸ ਜਨ ਸੇਵਕ ਉੱਪਰ ਵਾਹਿਗੁਰੂ ਪਰਮਾਤਮਾ ਜੀ ਆਪ ਕਿਰਪਾਲੂ ਦਿਆਲੂ ਹੋਏ ਨੇ, ਨਾਨਕ ਸਤਿਗੁਰ ਸਦਾ ਦਇਆਲ। ਉਹਦਾ ਹੀ ਸਤਿਗੁਰਾਂ ਨਾਲ ਮਿਲਾਪ ਹੋਇਆ ਤੇ ਫਿਰ ਸਤਿਗੁਰੂ ਜੀ ਉਸ 'ਤੇ ਸਦਾ ਵਾਸਤੇ ਦਿਆਲੂ ਹੋ ਗਏ ਨੇ। ਇਹ ਵਾਹਿਗੁਰੂ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ ਕਿ ਕੋਈ ਗੁਰੂ ਮਹਾਰਾਜ ਸਤਿਗੁਰੂ ਦੇ ਚਰਨਾਂ ਨਾਲ ਸ਼ਰਧਾ ਰੱਖਦਾ ਹੈ, ਗੁਰੂ ਦੇ ਬਚਨਾਂ ਨਾਲ ਜੁੜਦਾ ਹੈ ਤੇ ਫਿਰ ਸਤਿਗੁਰੂ ਦਿਆਲੂ ਹੋ ਜਾਂਦੇ ਨੇ ਤੇ ਉਸ ਜੀਵ ਦੀ ਕਲਿਆਣ ਹੋ ਜਾਂਦੀ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗਣੀ ਦੀ ਗੁਆਰੇਰੀ ਵੰਨਗੀ ਅੰਦਰ ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ, ਜਿਨ ਕੀਤਾ ਮਾਟੀ ਤੇ ਰਤਨ
ਹਜ਼ੂਰ ਕਹਿੰਦੇ ਨੇ ਜਿਸ ਪ੍ਰਮਾਤਮਾ ਨੇ ਤੇਰੇ ਤੇ ਮਹਾਨ ਉਪਕਾਰ ਕੀਤੇ ਨੇ। ਕਿਹੜੇ ਕਿਹੜੇ ਉਪਕਾਰ ਕੀਤੇ ਨੇ? ਜਿਨ ਕੀਤਾ ਮਾਟੀ ਤੇ ਰਤਨ। ਜਿਸ ਪ੍ਰਮਾਤਮਾ ਨੇ ਮਿੱਟੀ ਤੋਂ ਇਹ ਰਤਨ ਵਰਗਾ ਮਨੁੱਖਾ ਸਰੀਰ ਤੇਰਾ ਬਣਾਇਆ। ਬਹੁਤ ਅਮੋਲਕ ਵਸਤੂ ਹੈ ਰਤਨ, ਅਮੋਲਕ ਵਸਤੂ ਨੂੰ ਕਹਿੰਦੇ ਨੇ। ਰਤਨ ਬੜੇ ਅਮੋਲਕ ਹੁੰਦੇ ਨੇ। ਤੇ ਮਾਟੀ ਤੇ ਜਨ ਸਾਜਿਆ ਕਰ ਦੁਰਲਭ ਦੇ, ਅਨਕ ਛਿਦਰ ਮਨ ਮੈਂ ਢਕੇ ਨਿਰਮਲ ਦ੍ਰਿਸ਼ਟੇ। ਬੜਾ ਕੁਝ ਤੇਰਾ ਢਕਿਆ ਹੋਇਆ ਪਰਮਾਤਮਾ ਨੇ। ਤੇ ਕਿੱਡੀ ਨਰ ਨਰਾਇਣੀ ਕਾਇਆ ਸਾਜ ਦਿੱਤੀ ਤੈਨੂੰ, ਸਾਰੀਆਂ ਜੂਨਾਂ ਦਾ ਸਰਦਾਰ ਬਣਾਇਆ। ਅਵਰ ਜੂਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਮਿੱਟੀ ਵਿੱਚੋਂ ਉੱਗਦਾ ਅਨਾਜ ਉਹ ਖਾਂਦੇ ਨੇ ਮਰਦ ਤੇ ਇਸਤਰੀ। ਇਸਤਰੀਆਂ ਦੇ ਸਰੀਰ 'ਚ ਖੂਨ ਬਣਿਆ ਤੇ ਮਰਦ ਦੇ ਸਰੀਰ 'ਚ ਧਾਤੂ ਬਣਿਆ। ਤੇ ਇਸ ਤਰ੍ਹਾਂ ਧਾਤੂ ਤੇ ਖੂਨ ਦਾ ਸੰਜੋਗ ਹੋ ਕੇ ਤੇਰਾ ਇਹ ਲੋਥੜਾ ਸਰੀਰ ਮਾਂ ਦੇ ਗਰਭ ਵਿੱਚ ਨਿਮਣਾ ਹੋਇਆ, ਫਿਰ ਬਣਿਆ, ਮੁਕੰਮਲ ਹੋਇਆ, ਫਿਰ ਤੇਰਾ ਜਨਮ ਹੋਇਆ। ਤੇ ਰੱਬ ਨੇ ਬੇਅੰਤ ਨਿਯਮਤਾਂ ਨਾਲ ਤੈਨੂੰ ਨਵਾਜਿਆ। ਜਿਸ ਪ੍ਰਮਾਤਮਾ ਨੇ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁਤਰੀ ਜੋਰੀ। ਇਹ ਪੁਤਲੀ ਜੋੜਤੀ ਕਾਇਆ ਤੇਰੀ। ਰਤਨ ਵਰਗਾ ਇਹ ਸਰੀਰ ਜਿਸ ਪ੍ਰਮਾਤਮਾ ਨੇ ਬਣਾਇਆ ਮਿੱਟੀ ਤੋਂ, ਗਰਭ ਮਹਿ ਰਾਖਿਆ ਜਿਨ ਕਰ ਯਤਨ। ਜਿਸ ਪ੍ਰਮਾਤਮਾ ਨੇ ਆਪਣੇ ਯਤਨ ਨਾਲ, ਆਪਣੀ ਹਿਕਮਤ ਨਾਲ, ਆਪਣੀ ਕਰਾਮਾਤ ਨਾਲ ਤੈਨੂੰ ਮਾਤਾ ਦੇ ਗਰਭ ਵਿੱਚ ਰੱਖਿਆ, ਬਚਾ ਲਿਆ, ਰੱਖਿਆ ਕੀਤੀ। ਜਿਵੇਂ ਬਚਨ ਹਨ ਕਿ ਪ੍ਰਤਪਾਲ ਮਾਤਾ ਉਦਰ ਰਾਖਿਆ, ਲੱਗਣ ਦੇਤ ਨਾ ਸੇਖ। ਸੋਈ ਸੁਆਮੀ ਈਹਾ ਰਾਖਿਆ, ਬੂਝ ਬੁੱਧ ਵਿਵੇਕ। ਆਪਣਾ ਸਿਮਰਨ ਦੇ ਪ੍ਰਤਪਾਲਿਆ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਤੁਸੀਂ ਰੱਖਣ ਵਾਲੇ ਬਣੇ, ਰੱਖਿਆ ਕਰਨ ਵਾਲੇ। ਕਿਉਂਕਿ ਜਠਰ ਅਗਨੀ ਜਦੋਂ ਮਾਂ ਦੇ ਗਰਭ ਵਿੱਚ ਬੱਚਾ ਹੁੰਦਾ ਉਦੋਂ ਜ਼ਿਆਦਾ ਪ੍ਰਜਵਲਿਤ ਹੁੰਦੀ ਹੈ, ਜ਼ਿਆਦਾ ਜ਼ਬਰਦਸਤ ਹੁੰਦੀ ਹੈ। ਖਾਧੇ ਹੋਏ ਰੋੜ ਵੀ ਹਜ਼ਮ ਹੋ ਜਾਂਦੇ। ਪਰ ਜਿਵੇਂ ਆਵੇ 'ਚ ਭਾਂਡਾ ਪੱਕਦਾ, ਇਸ ਤਰ੍ਹਾਂ ਬੱਚੇ ਦਾ ਸਰੀਰ ਫੁੱਲ ਨਾਲੋਂ ਵੀ ਨਰਮ ਹੁੰਦਾ ਹੈ, ਪਰ ਪੱਕਦਾ, ਬਣਦਾ ਹੈ ਤੇ ਸੜਦਾ ਨਹੀਂ। ਗਰਭ 'ਚ ਗਲਦਾ ਸੜਦਾ ਨਹੀਂ। ਇਹ ਪ੍ਰਮਾਤਮਾ ਦੀ ਕਲਾ ਹੈ, ਜਿਸ ਨੇ ਆਪਣੀ ਸ਼ਕਤੀ ਕਲਾ ਆਪਣੇ ਯਤਨ ਦੁਆਰਾ ਗਰਭ ਵਿੱਚ ਤੇਰੀ ਰੱਖਿਆ ਕੀਤੀ। ਜਿਨ ਦੀਨੀ ਸੋਭਾ ਵਡਿਆਈ। ਜਿਸ ਪ੍ਰਮਾਤਮਾ ਨੇ ਇੱਥੇ ਜਨਮ ਦੇਣ ਤੋਂ ਬਾਅਦ ਤੈਨੂੰ ਵਡਿਆਈ ਬਖਸ਼ੀ, ਭਾਵ ਸਾਰੀਆਂ ਜੂਨਾਂ ਦਾ ਸਰਦਾਰ ਬਣਾਇਆ, ਤੇ ਸੋਭਾ ਵੀ ਬਖਸ਼ੀ। ਜਾਂ ਇੰਝ ਕਹਿ ਲਓ ਵੀ ਇੱਥੇ ਐਸ ਲੋਕ ਦੀ ਸੋਭਾ, ਪਰਲੋਕ ਦੀ ਵਡਿਆਈ ਵੀ ਜਿਹੜਾ ਬਖਸ਼ਣ ਵਾਲਾ ਪਰਮਾਤਮਾ। ਤਿਸ ਪ੍ਰਭ ਕੋ ਆਠ ਪਹਿਰ ਧਿਆਈ। ਜੇ ਤੇਰੀ ਸੋਭਾ ਹੁੰਦੀ ਹੈ ਨਾ, ਜੇ ਤੇਰੀ ਵਡਿਆਈ ਹੁੰਦੀ ਹੈ, ਤਾਂ ਫਿਰ ਉਸ ਪਰਮਾਤਮਾ ਦੀ ਬਖਸ਼ਿਸ਼ ਨਾਲ ਹੁੰਦੀ ਹੈ। ਉਸ ਪ੍ਰਭੂ ਵਾਹਿਗੁਰੂ ਨੂੰ ਅੱਠੇ ਪਹਿਰ ਧਿਆਇਆ ਕਰ, ਸਿਮਰਿਆ ਕਰ। ਤੇਰਾ ਚਿੱਤ ਵਾਹਿਗੁਰੂ ਨਾਲ ਜੁੜਨਾ ਚਾਹੀਦਾ। ਸੰਸਾਰ ਦੇ ਕਾਰ ਵਿਹਾਰ ਕਰਦਿਆਂ ਤੇਰਾ ਚਿੱਤ ਪਰਮਾਤਮਾ ਦੀ ਉਸਤਤ ਵਿੱਚ ਜਾਣਾ ਚਾਹੀਦਾ। ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ, ਚੱਚਾ ਰਚਤ ਚਿੱਤਰ ਹੈ ਭਾਰੀ। ਚੱਚੇ ਅੱਖਰ ਰਾਹੀਂ ਉਪਦੇਸ਼ ਦਿੰਦੇ ਨੇ 52 ਅੱਖਰੀ 'ਚ। ਚੱਚਾ ਰਚਤ ਚਿੱਤਰ ਹੈ ਭਾਰੀ। ਪਰਮਾਤਮਾ ਰਚਦਾ ਹੈ ਬਹੁਤ ਵੱਡਾ ਚਿੱਤਰ ਇਹ ਸੰਸਾਰ। ਤਦ ਚਿੱਤਰ ਹੈ, ਚਿੱਤਰ ਦਾ ਖਿਆਲ ਮਨ 'ਚੋਂ ਛੱਡੋ। ਚੇਤੋ ਚਿਤਕਾਰੀ, ਜਿਹੜਾ ਚਿੱਤਰਕਾਰੀ ਕਰਨ ਵਾਲਾ ਨਾ ਰਚੇਤਾ, ਉਸ ਨੂੰ ਚੇਤੇ ਕਰੋ। ਚਿੱਤਰ ਬਚਿੱਤਰ ਕਿਉਂ ਨਹੀਂ ਚੇਤੇ ਕਰਦੇ ਤੇ ਕਿਉਂ ਇਹ ਸੰਸਾਰ ਸਾਡੇ ਚਿੱਤ 'ਚ ਵਸਿਆ ਪਿਆ? ਕਹਿੰਦੇ ਜਿਹੜਾ ਚਿੱਤਰ ਪਰਮਾਤਮਾ ਨੇ ਬਣਾਇਆ ਬੜਾ ਬਚਿੱਤਰ ਹੈ। ਚਿੱਤਰ ਬਚਿੱਤਰ ਬੜਾ ਲੌਕਿਕ ਹੈ, ਬੜਾ ਸ਼ੋਭਨੀਕ ਹੈ। ਰੰਗ ਬੜੇ ਪਰਮਾਤਮਾ ਨੇ ਭਰੇ ਹੋਏ ਨੇ ਸੰਸਾਰ ਵਿੱਚ, ਪਸ਼ੂਆਂ ਪੰਛੀਆਂ ਪਰਿੰਦਿਆਂ 'ਚ, ਬਨਸਪਤੀ 'ਚ, ਬੜਾ ਕੁਛ ਰੰਗ ਨੇਕਾਂ ਤਰ੍ਹਾਂ ਤਰ੍ਹਾਂ ਦਾ। ਚਿੱਤਰ ਬਚਿੱਤਰ ਇਹ ਹੈ ਵਿਚੇਰਾ। ਇਹ ਵੱਡਾ ਝਗੜਾ ਗਲ ਪਿਆ ਹੋਇਆ। ਪਰ ਤਦ ਚਿੱਤਰ ਹੈ ਚਿਤ ਰਾਖ ਚਿਤੇਰਾ। ਇਹ ਔਖੀ ਗੱਲ ਹੈ। ਕਬੀਰ ਜੀ ਕਹਿੰਦੇ ਕਰ ਪਰਿੰਜ ਤਾਂ ਹੀ ਤੇਰਾ ਭਲਾ। ਚਿੱਤਰ ਨੂੰ ਬਿਰਤੀ 'ਚੋਂ ਕੱਢ ਤੇ ਚਿਤ ਰਾਖ ਚਿਤੇਰਾ। ਚਿੱਤਰ ਵੱਲ ਵੇਖ ਕੇ, ਸੁੰਦਰ ਚਿੱਤਰ ਵੱਲ ਵੇਖ ਕੇ ਆਪਣੇ ਮਨ ਅੰਦਰੇ ਖਿਆਲ ਲਿਆ ਵੀ ਜਿਸ ਨੇ ਚਿੱਤਰਕਾਰੀ ਕੀਤੀ ਉਹ ਵਾਹਿਗੁਰੂ ਕਿੱਡਾ ਕੁ ਸੁੰਦਰ ਹੋਏਗਾ। ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ, ਵਾਹਿਗੁਰੂ ਨੂੰ ਖੋਜਣ ਢੂੰਡਣ ਭਾਲਣ ਦੀ ਕੋਸ਼ਿਸ਼ ਕਰ। ਇਸ ਚਿੱਤਰਕਾਰੀ ਵਿੱਚ ਚਿਤੇਰਾ ਵੀ ਸਮਾਇਆ ਹੋਇਆ ਹੈ। ਇਹੀ ਅੰਤਰ ਹੈ ਬਾਕੀ ਚਿੱਤਰਕਾਰਾਂ ਨਾਲੋਂ ਕਿ ਇਸ ਚਿੱਤਰਕਾਰੀ ਵਿੱਚ ਪਰਮਾਤਮਾ ਆਪ ਸਮਾਇਆ ਹੋਇਆ। ਤਿਸ ਪ੍ਰਭ ਕੋ ਆਠ ਪਹਿਰ ਧਿਆਈ। ਅੱਠੇ ਪਹਿਰ ਵਾਹਿਗੁਰੂ ਦਾ ਸਿਮਰਨ ਕਰ। ਰਮਈਆ ਰੇਨ ਸਾਧ ਜਨ ਪਾਵੋ।
ਮਹਾਰਾਜ ਕਹਿੰਦੇ ਨੇ ਕਿ ਬੇਨਤੀ ਕਰ ਵਾਹਿਗੁਰੂ ਦੇ ਚਰਨਾਂ 'ਚ, ਹੇ ਰਮਈਆ ਰਮੇ ਹੋਏ ਰਾਮ ਪ੍ਰਮਾਤਮਾ ਜੀ ਮੇਰੇ ਤੇ ਬਖਸ਼ਿਸ਼ ਕਰੋ। ਰੇਨ ਸਾਧ ਜਨ ਪਾਵੋ, ਜਿਹੜੇ ਤੇਰੇ ਸਾਧੂ ਜਨ ਹਨ, ਤੇਰੇ ਨਾਲ ਜੁੜੇ ਹੋਏ ਭਜਨ ਕਰਨ ਵਾਲੇ, ਸਵਾਸ ਜਿਨ੍ਹਾਂ ਮਨ ਸਾਧਿਆ ਹੋਇਆ, ਉਹਨਾਂ ਸਾਧ ਜਨਾਂ ਦੀ ਚਰਨ ਧੂੜੀ ਕਿਤੇ ਮੈਂ ਪ੍ਰਾਪਤ ਕਰ ਲਵਾਂ। ਗੁਰਮਿਲ ਆਪਣਾ ਖਸਮ ਧਿਆਵੋ, ਅਤੇ ਉਹਨਾਂ ਸਾਧੂ ਜਨਾਂ ਦੁਆਰਾ ਮੈਨੂੰ ਇਹ ਸਿੱਖਿਆ ਮਿਲ ਜਾਏਗੀ ਸਤਿਗੁਰੂ ਦੇ ਚਰਨੀ ਲੱਗਣਗੇ। ਅਤੇ ਫਿਰ ਉਹ ਜਦੋਂ ਗੁਰੂ ਮਹਾਰਾਜ ਦੇ ਚਰਨੀ ਪਾ ਦੇਣਗੇ, ਗੁਰੂ ਨੂੰ ਮਿਲ ਕੇ ਮੈਂ ਆਪਣੇ ਖਸਮ, ਹੈ ਵਾਹਿਗੁਰੂ ਪਰਮਾਤਮਾ ਜੋ ਤੂੰ ਆਪਣਾ ਖਸਮ ਹੈ, ਤੇਰਾ ਮੈਂ ਧਿਆਨ ਧਰਨ ਵਾਲਾ ਬਣ ਜਾਵਾਂਗਾ, ਤੇਰਾ ਸਿਮਰਨ ਮੈਨੂੰ ਪ੍ਰਾਪਤ ਹੋ ਜਾਏਗਾ ਸਤਿਗੁਰਾਂ ਦੁਆਰਾ। ਰਹਾਓ ਜਿਨ ਕੀਤਾ ਮੂੜ ਤੇ ਭਗਤਾ। ਹੁਣ ਫਿਰ ਸਤਿਗੁਰੂ ਸਾਨੂੰ ਸਿੱਖਿਆ ਦਿੰਦੇ ਨੇ ਕਿ ਜਿਸ ਪਰਮਾਤਮਾ ਨੇ ਤੈਨੂੰ ਮੂਰਖ ਤੋਂ, ਬੱਚਾ ਮੂਰਖ ਹੁੰਦਾ ਬਿਲਕੁਲ, ਨਿਦਾਨ ਚੰਚਲ ਮਤ ਬਾਰਿਕ ਬੱਪਰੇ ਕੀ ਸਰਪ ਅਗਨ ਕਰ ਮੇਲਾ। ਬਾਲਕ ਬੱਪੜੇ ਤੁਸ਼ ਦੀ ਚੰਚਲ ਮਤ ਹੁੰਦੀ ਹੈ, ਬੇਸਮਝ ਹੁੰਦਾ ਹੈ। ਬੱਚੇ ਨੂੰ ਮੂਰਖ, ਨਿਦਾਨ, ਬੇਸਮਝ ਮੰਨਿਆ ਗਿਆ। ਬੱਚੇ ਦੀਆਂ ਗਲਤੀਆਂ ਤਾਂ ਹੀ ਨਜ਼ਰਅੰਦਾਜ਼ ਕੀਤੀਆਂ ਜਾਂਦੀਆਂ, ਉਹਦਾ ਧਿਆਨ ਰੱਖਿਆ ਜਾਂਦਾ, ਕੋਈ ਨਾ ਕੋਈ ਗਲਤੀ ਕਰੇਗਾ, ਮੂਰਖਪੁਣਾ ਕਰੇਗਾ, ਇਹ ਬੇਸਮਝ ਹੋਇਆ। ਉਹ ਸੱਪ ਨੂੰ ਵੀ ਤੇਤਰਾ ਮੇਤਰਾ ਜਿਹਾ ਜਾਣ ਕੇ ਹੱਥ ਪਾਉਣ ਦਾ ਯਤਨ ਕਰੇਗਾ, ਇਹ ਨਹੀਂ ਪਤਾ ਡੰਗ ਮਾਰ ਕੇ ਮਾਰ ਦੇਗਾ। ਅੱਗ ਨੂੰ ਵੀ ਹੱਥ ਪਾਉਣ ਦਾ ਯਤਨ ਕਰੇਗਾ, ਬੜੀ ਚਮਕ ਮਾਰਦੀ ਹੈ। ਅਤੇ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਜਿਹਨੇ ਤੈਨੂੰ ਮੂਰਖ ਨੂੰ, ਜਿਹੜਾ ਸਮਝ ਨਹੀਂ ਸੀ ਕੁਛ ਕਰਦਾ, ਉਹਨੂੰ ਬਖਤਾ ਕਰਤਾ, ਬਖਤਾ ਬੋਲਣ ਵਾਲਾ ਕਰਤਾ। ਜਿਨ ਕੀਤਾ ਬੇਸੁਰਤ ਤੇ ਸੁਰਤਾ। ਬੇਸੁਰਤ ਹੁੰਦਾ ਬੇਹੋਸ਼, ਜਿਹਨੂੰ ਸਮਝ ਕੋਈ ਨਹੀਂ। ਸੁਰਤਾ ਹੁੰਦਾ ਸਮਝਣ ਵਾਲਾ, ਬਚਨ ਨੂੰ ਸਮਝਣ ਵਾਲਾ। ਜਿਸ ਪਰਮਾਤਮਾ ਨੇ ਬੇਸੁਰਤ ਤੋਂ, ਬੇਹੋਸ਼ ਤੋਂ, ਬੇਸੁੱਧ ਤੋਂ ਸੁੱਧ ਵਾਲਾ, ਗਿਆਤ ਵਾਲਾ ਕਰਤਾ। ਜਿਸ ਪ੍ਰਸਾਦ ਨਵੈ ਨਿਧ ਪਾਈ। ਜੇ ਨੌ ਨਿਧਾਂ ਹੀ ਤੈਨੂੰ ਪ੍ਰਾਪਤ ਨੇ ਤੇ ਉਸ ਪਰਮਾਤਮਾ ਦੀ ਕਿਰਪਾ ਨਾਲ ਮਿਲੀਆਂ। 9 ਖਜ਼ਾਨੇ ਦੁਨੀਆ ਦੇ ਤੂੰ ਪ੍ਰਾਪਤ ਕੀਤੇ ਜਿਸ ਦੀ ਕਿਰਪਾ ਨਾਲ। ਸੋ ਪ੍ਰਭ ਮਨ ਤੇ ਬਿਸਰਤ ਨਾਹੀਂ। ਮਤਲਬ ਹੈ ਵੀ ਜੇ ਕੁਛ ਪ੍ਰਾਪਤ ਹੋ ਜਾਏ ਤੇ ਉਹਨਾਂ 'ਚ ਨਾ ਚਿੱਤ ਲਾਓ। ਜਿਸ ਨੇ ਬਖਸ਼ੀਆਂ ਹਨ ਚਿੱਤ ਪਰਮਾਤਮਾ ਵੱਲ ਹੀ ਚਾਹੀਦਾ, ਵਾਹਿਗੁਰੂ ਭੁੱਲਣਾ ਨਹੀਂ ਚਾਹੀਦਾ। ਸੋ ਪ੍ਰਭ ਮਨ ਤੇ ਬਿਸਰਤ ਨਾਹੀਂ। ਉਹ ਪ੍ਰਭੂ ਪਰਮਾਤਮਾ ਮਨ ਤੋਂ ਵਿਸਰਨਾ ਨਹੀਂ ਚਾਹੀਦਾ। ਜਿਨ ਦੀਆ ਨਥਾਵੇ ਕੋ ਥਾਨ। ਜਿਸ ਪਰਮਾਤਮਾ ਨੇ ਤੈਨੂੰ ਨਥਾਵੇਂ ਜੀਵ ਨੂੰ ਅਸਥਾਨ ਬਖਸ਼ਿਆ ਰਹਿਣ ਵਾਸਤੇ। ਜਿਨ ਦੀਆ ਨਿਮਾਣੇ ਕੋ ਮਾਣ। ਜਿਸ ਨੇ ਨਿਮਾਣੇ ਨੂੰ, ਮਾਣ ਤੋਂ ਰਹਿਤ ਸੀ ਜਿਹੜਾ ਜੀਵ, ਨੂੰ ਮਾਣ ਵੀ ਬਖਸ਼ਿਆ। ਜਿਨ ਕੀਨੀ ਸਭ ਪੂਰਨ ਆਸਾ। ਜਿਸ ਪਰਮਾਤਮਾ ਨੇ ਤੇਰੀ ਸਭ ਆਸਾ ਪੂਰਨ ਕਰ ਦਿੱਤੀ ਹੈ, ਸਭ ਤਰ੍ਹਾਂ ਦੀ ਆਸ ਪੂਰੀ ਕੀਤੀ ਹੈ। ਜਿਸ ਪਰਮਾਤਮਾ ਨੇ ਸਿਮਰਾਓ ਦਿਨ ਰਹਿਣ ਸਾਸ ਗਰਾਸਾ। ਐਸੇ ਪਰਮਾਤਮਾ ਨੂੰ ਹਰ ਇੱਕ ਸਾਹ ਨਾਲ, ਦਿਨੇ ਰਾਤ ਹਰ ਆਉਂਦੇ ਜਾਂਦੇ ਸਾਹ ਨਾਲ, ਤੇ ਗਰਾਸ ਹਰ ਬੁਰਕੀ ਨਾਲ ਮੈਂ ਸਿਮਰਾਂ। ਜਾਂ ਹਜ਼ੂਰ ਸਾਨੂੰ ਸਿੱਖਿਆ ਦਿੰਦੇ ਨੇ ਕਿ ਸਿਮਰੋ ਉਸ ਪਰਮਾਤਮਾ ਨੂੰ। ਜਿਸ ਪ੍ਰਸਾਦ ਮਾਇਆ ਸਿਲਕ ਕਾਟੀ। ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਤੇਰੀ ਮਾਇਆ ਦੀ ਸਿਲਕ ਮੈਨੇ ਫਾਈ। ਮਾਇਆ ਦੀ ਫਾਈ ਤੇਰੀ ਕੱਟੀ ਗਈ। ਮਾਇਆ ਦੀ ਫਾਈ ਵਿੱਚ ਹੀ ਜੰਮਣ ਮਰਨ ਬਣਿਆ ਹੋਇਆ। ਜਿਹੜਾ ਮਾਇਆ ਦਾ ਮੋਹ ਹੈ ਇਹ ਫਾਈ ਬਣ ਕੇ ਗਲ 'ਚ ਪਿਆ ਹੋਇਆ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਇਹ ਕੱਟੀ ਜਾਂਦੀ ਹੈ ਮਾਇਆ ਦੀ ਫਾਈ। ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ। ਅਤੇ ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਜਿਹੜੀ ਖੱਟੀ ਹੈ ਨਾ, ਬਿਖ ਜ਼ਹਿਰ। ਖੱਟੀ ਦਾ ਮਤਲਬ ਹੈ ਕੌੜੀ। ਕੌੜੀ ਜ਼ਹਿਰ ਜਿਹੜੀ ਮਾਇਆ ਚੰਬੜੀ ਹੋਈ ਹੈ ਇਹ ਅੰਮ੍ਰਿਤ ਬਣ ਜਾਂਦੀ ਹੈ। ਕੌੜੀ ਜ਼ਹਿਰ ਵੀ ਅੰਮ੍ਰਿਤ ਬਣ ਜਾਂਦੀ। ਵਿਖਿਆ ਭਯੰਤ ਅੰਮ੍ਰਿਤੰ ਦ੍ਰਿਸ਼ਟਾ ਸਖਾ ਸੁਵਜਨ। ਪ੍ਰਤੱਖ ਵੀ ਬਣ ਜਾਂਦੀ ਹੈ। ਪਰਮਾਤਮਾ ਤੱਤਾਂ ਦੇ ਸੁਭਾਅ ਬਦਲ ਦਿੰਦਾ ਹੈ। ਜਿਵੇਂ ਜਿਹੜੀ ਮੀਰਾਂ ਬਾਈ ਸੀ ਉਹਨੂੰ ਵੀ ਖਿਚੜੀ ਜ਼ਹਿਰ ਪਵਾ ਕੇ ਖਵਾਈ ਗਈ ਸੀ ਪਰ ਅਸਰ ਨਹੀਂ ਸੀ ਹੋਇਆ। ਸੋ ਇਸ ਪ੍ਰਕਾਰ ਜਿਹੜੀ ਖੱਟੀ ਬਿਖ ਕੌੜੀ ਜ਼ਹਿਰ ਆ ਨਾ, ਭਾਵ ਮਾਇਆ ਚੰਬੜੀ ਹੋਈ ਵਿਕਾਰ ਆਦਿਕ, ਇਹ ਵੀ ਅੰਮ੍ਰਿਤ ਰੂਪ ਬਣ ਜਾਣਗੇ, ਅਧੀਨ ਹੋ ਜਾਣਗੇ ਜਾਨੇ। ਕਹੋ ਨਾਨਕ ਇਸ ਤੇ ਕਿਛ ਨਾਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਈ ਇਹ ਗੱਲ ਕਹੋ ਮੁਖ ਤੋਂ। ਇਸ ਜੀਵ ਤੋਂ ਕੁਛ ਵੀ ਨਹੀਂ ਹੋ ਸਕਦਾ। ਇਹ ਆਪੋਂ ਕੁਛ ਨਹੀਂ ਕਰ ਸਕਦਾ। ਪਰਮਾਤਮਾ ਤੋਂ ਵੱਖਰਾ ਹੋ ਕੇ ਆਪਣੀ ਹਸਤੀ ਸਮਝ ਕੇ ਬਣਾ ਕੇ ਕੁਝ ਕਰਨਾ ਚਾਹੇ ਤੇ ਇਹਦੇ ਤੋਂ ਕੁਛ ਨਹੀਂ ਹੋ ਸਕਦਾ। ਰਾਖਣ ਹਾਰੇ ਕੌਸਾਲਾਹੀ। ਜਿਹੜਾ ਰੱਖਣ ਹਾਰ ਪਰਮਾਤਮਾ ਨਾ, ਲੋਕ ਪਰਲੋਕ ਵਿੱਚ ਇਹਦੀ ਇੱਜ਼ਤ ਰੱਖਣ ਵਾਲਾ, ਇਹਨੂੰ ਬਚਾਉਣ ਵਾਲਾ, ਉਸੇ ਨੂੰ ਸਲਾਉਣਾ ਚਾਹੀਦਾ। ਵਾਹਿਗੁਰੂ ਅਕਾਲ ਪੁਰਖ ਹੀ ਦੋਵਾਂ ਜਹਾਨਾਂ 'ਚ ਰੱਖਿਆ ਕਰਨ ਵਾਲਾ ਹੈ।
ਗੌੜੀ ਗਵਾਰੇਰੀ ਮਹੱਲਾ ਪੰਜਵਾ। ਗੌੜੀ ਰਾਗਣੀ ਹੈ, ਇਸ ਰਾਗਣੀ ਦੀ ਵੰਨਗੀ ਹੈ ਗਵਾਰੇਰੀ ਕਿਸਮ ਹੈ। ਇਸ ਦੇ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਬਚਨ ਫਰਮਾਉਂਦੇ ਹਨ, ਤਿਸ ਕੀ ਸਰਣ ਨਾਹੀ ਭਉ ਸੋਗ। ਜੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆ ਜਾਈਏ ਨਾ ਮਨੋ ਤਨੋਂ, ਫਿਰ ਨਾ ਕੋਈ ਡਰ ਰਹਿ ਜਾਂਦਾ ਅਤੇ ਨਾ ਕਿਸੇ ਕਿਸਮ ਦਾ ਕੋਈ ਸੋਗ ਵਿਆਪਦਾ। ਚਿੰਤਾ, ਝੋਰਾ, ਫਿਕਰ, ਸੋਗ, ਗਮ ਇਹ ਨਹੀਂ ਫਿਰ ਵਿਆਪਦਾ, ਨਾ ਕਿਸੇ ਤਰ੍ਹਾਂ ਦਾ ਕੋਈ ਡਰ ਰਹਿ ਜਾਂਦਾ ਹੈ। ਸੋ ਨਿਰਭਉ ਜਨ ਭਉ ਪਿਆ। ਪਰਮਾਤਮਾ ਦਾ ਖੌਫ ਅੰਦਰ ਅਤੇ ਨਾਮ ਸਿਮਰਨ ਹੁੰਦਾ। ਪਰਮਾਤਮਾ ਦੀ ਸ਼ਰਨ ਵਿੱਚ ਰਹਿੰਦਾ ਜੀਵ। ਜਿਹਨੇ ਸ਼ੇਰ ਦੀ ਸ਼ਰਨ ਲੈ ਲਈ, ਉਹਨੂੰ ਗਿੱਦੜਾਂ ਦਾ ਡਰ ਨਹੀਂ। ਹੋਰ ਕਿਸੇ ਦੀ ਕੀ ਪਾਇਆ ਕਿ ਉਹਨੂੰ ਕੋਈ ਡਰਾ ਸਕੇ। ਕਬੀਰ ਜੀ ਨੂੰ ਡਰਾਉਣ ਦਾ ਯਤਨ ਕੀਤਾ ਗਿਆ, ਨਾਮਦੇਵ ਜੀ ਨੂੰ, ਸਰਮੱਧ ਜੀ ਨੂੰ ਕੋਈ ਡਰਿਆ? ਸ੍ਰੀ ਗੁਰੂ ਅਰਜਨ ਦੇਵ ਧੰਨ ਗੁਰੂ ਤੇਗ ਬਹਾਦਰ ਜੀ, ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਛੋਟੀ ਜਿਹੀ ਉਮਰ ਦੇ ਸਾਹਿਬਜ਼ਾਦੇ ਕਿਸੇ ਤੋਂ ਡਰੇ ਨਹੀਂ? ਡਰੇ। ਉਸ ਤੇ ਬਾਹਰ ਕਛੂ ਨਾ ਹੋਗ। ਉਸ ਪਰਮਾਤਮਾ ਤੋਂ ਬਾਹਰ ਕੁਛ ਨਹੀਂ ਹੁੰਦਾ ਹੈ, ਨਾ ਕੁਛ ਹੁੰਦਾ ਸੀ ਪਿੱਛੇ, ਨਾ ਹੁਣ, ਨਾ ਅੱਗੇ ਨੂੰ ਹੋਵੇਗਾ। ਇਸ ਕਰਕੇ ਤਜੀ ਸਿਆਣਪ ਬਲ ਬੁੱਧ ਬੇਕਾਰ। ਹਜ਼ੂਰ ਕਹਿੰਦੇ ਬਾਈ ਅਸੀਂ ਤਾਂ ਇਸ ਕਰਕੇ ਸਿਆਣਪਾਂ ਛੱਡ ਦਿੱਤੀਆਂ। ਬੁੱਧੀ ਦੇ ਅੰਦਰ ਜਿਹੜੀ ਸਿਆਣਪ, ਚਤੁਰਤਾ ਨਾ, ਚਤੁਰਾਈ, ਉਹ ਤੇ ਬੁੱਧੀ ਦਾ ਬਲ, ਤੇ ਇਸੇ ਤਰ੍ਹਾਂ ਸਰੀਰਕ ਬਲ ਆਪਣੇ ਦਾ ਮਾਣ, ਤੇ ਵਿਕਾਰ ਜਿਹੜੇ ਵਿਕਾਰ ਹਨ, ਅਥਵਾ ਵਿਅਰਥ ਦਾ ਜਿਹੜਾ ਹੰਕਾਰ ਹੈ, ਬਲ ਦਾ, ਬੁੱਧੀ ਦਾ, ਸਿਆਣਪ ਦਾ, ਇਹ ਸਾਰਾ ਕੁਝ ਛੱਡ ਦਿੱਤਾ। ਜਿਹਨੇ ਛੱਡ ਦਿੱਤਾ, ਜਿਸ ਨੇ ਆਪਣੇ ਮਨ ਦੀ ਸਿਆਣਪ ਦਾ ਹੰਕਾਰ ਛੱਡਤਾ, ਬੁੱਧੀ ਦੀ ਸਿਆਣਪ ਜਿਹੜੀ ਛੱਡ ਦਿੱਤੀ ਹੈ, ਤੇ ਆਪਣੇ ਬਲ ਦਾ ਮਾਣ ਨਹੀਂ ਕੀਤਾ, ਵਿਕਾਰ ਛੱਡ ਦਿੱਤੇ, ਦਾਸ ਆਪਣੇ ਕੀ ਰਾਖਣ ਹਾਰ। ਉਸ ਆਪਣੇ ਦਾਸ ਦੀ ਭਗਤ ਵਾਹਿਗੁਰੂ ਦੀ ਪੈਜ ਰੱਖਣ ਵਾਲਾ ਪਰਮਾਤਮਾ ਆਪ ਹੈ। ਰੱਖਣਹਾਰ ਵਾਹਿਗੁਰੂ ਉਸ ਦੇ ਸਿਰ ਤੇ ਖੜਾ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਜਪ ਮਨ ਮੇਰੇ ਰਾਮ ਰਾਮ ਰੰਗ। ਸਾਨੂੰ ਸਿੱਖਿਆ ਦੇ ਰਹੇ ਨੇ ਕਿ ਆਪਣੇ ਮਨ ਨੂੰ ਇੰਝ ਸਮਝਾਓ ਕਿ ਹੇ ਮੇਰੇ ਮਨਾ, ਰੰਗ ਪ੍ਰੇਮ ਦੇ ਸਹਿਤ ਹੋ ਕੇ ਰਾਮ ਰਾਮ, ਵਾਹਿਗੁਰੂ 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 ਜਾਪ ਨੂੰ ਜਪਿਆ ਕਰ। ਘਰ ਬਾਹਰ ਤੇਰਾ ਸਦ ਸੰਗ। ਜੇ ਕਹੇ ਵੀ ਜਿਹਦਾ ਮੈਂ ਜਾਪ ਕਰਨਾ ਉਹ ਹੋਰੇ ਕਿੱਥੇ ਆ, ਤਾਂ ਮਹਾਰਾਜ ਕਹਿੰਦੇ ਅਸੀਂ ਦੱਸਦੇ ਹਾਂ ਤੈਨੂੰ, ਤੇਰੇ ਘਰ ਵਿੱਚ ਵੀ ਤੇ ਬਾਹਰ ਵੀ। ਘਰ ਹਿਰਦੇ ਅੰਦਰ ਵੀ ਤੇ ਹਿਰਦੇ ਤੋਂ ਬਾਹਰ, ਸਰੀਰ ਤੋਂ ਬਾਹਰ ਵੀ, ਸਭ ਥਾਈਂ ਪਰਮਾਤਮਾ ਸਦਾ ਹੀ ਤੇਰੇ ਸੰਗ ਹੈ, ਸਾਥ ਹੈ, ਦੂਰ ਨਹੀਂ। ਰਹਾਓ ਤਿਸ ਕੀ ਟੇਕ ਮਨੈ ਮਹਿ ਰਾਖ। ਤਿਸ ਪਰਮਾਤਮਾ ਦੀ ਹੀ ਓਟ, ਆਸਰਾ, ਟੇਕ ਆਪਣੇ ਮਨ ਅੰਦਰ ਰੱਖ। ਮਨ ਮੇਰੇ ਨਾਮ ਕੀ ਕਰ ਟੇਕ। ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਵਾਹਿਗੁਰੂ ਦੀ ਟੇਕ ਰੱਖ। ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ। ਜੋ ਗੁਰੂ ਦਾ ਸ਼ਬਦ ਹੈ ਨਾ, ਇਹਦੇ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ ਹੈ। ਆਤਮਿਕ ਜੀਵਨ ਦੇਣ ਵਾਲਾ ਆਤਮਿਕ ਰਸ ਇਹਦੇ 'ਚ ਭਰਿਆ ਹੋਇਆ। ਇਹ ਗੁਰੂ ਦਾ ਸ਼ਬਦ ਹੀ ਅੰਮ੍ਰਿਤ ਰਸ ਦਾ ਰੂਪ ਹੈ। ਇਹਨੂੰ ਚੱਖ। ਚੱਖ ਮਤਲਬ ਖਾ, ਮਤਲਬ ਧਾਰਨ ਕਰ, ਉਚਾਰਨ ਕਰ। ਉਚਾਰਨ ਕਰਦਾ ਕਰਦਾ ਅੰਦਰ ਲੈ ਜਾ ਤੇ ਫਿਰ ਪੀ ਇਸ ਅੰਮ੍ਰਿਤ ਰਸ ਨੂੰ। ਅਵਰ ਯਤਨ ਕਹੋ ਕੌਣ ਕਾਜ। ਹਜ਼ੂਰ ਕਹਿੰਦੇ ਜਿਹੜੇ ਹੋਰ ਯਤਨ ਕਰਦੇ ਆ ਨਾ ਜੀਵ, ਕਹੋ ਖਾਂ, ਦੱਸੋ ਖਾਂ, ਵਿਚਾਰੋ ਖਾਂ, ਕਿਸ ਕੰਮ ਆਉਣਗੇ, ਕੀ ਕਾਰਜ ਸਵਾਰਨਗੇ ਹੋਰ ਯਤਨ। ਜਿਵੇਂ ਬਚਨ ਹਨ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ। ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਯਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਮਹਾਰਾਜ ਕਹਿੰਦੇ ਜਪ ਕੇ ਤਾਂ ਵੇਖੋ। ਹੋਰ ਯਤਨ ਭਾਈ ਦੱਸੋ ਖਾਂ ਕਿਸ ਕੰਮ ਆਉਣਗੇ, ਕਿਸ ਕਾਰਜ ਨੂੰ ਸਵਾਰਨਗੇ। ਕਰ ਕਿਰਪਾ ਰਾਖੈ ਆਪ ਲਾਜ। ਜੇ ਵਾਹਿਗੁਰੂ ਦੇ ਨਾਲ ਜੁੜੇ ਰਹੀਏ ਤੇ ਵਾਹਿਗੁਰੂ ਪਰਮਾਤਮਾ ਆਪਣੀ ਕਿਰਪਾ ਕਰਕੇ ਤੇ ਆਪ ਖੁਦ ਹੀ ਜੀਵ ਦੀ ਲਾਜ ਪੱਤ, ਉਹਦੀ ਇੱਜ਼ਤ ਨੂੰ ਕਾਇਮ ਰੱਖਦਾ, ਪੈਜ ਰੱਖਦਾ ਵਾਹਿਗੁਰੂ। ਕਿਆ ਮਨੁੱਖ ਕਹੋ ਕਿਆ ਜੋਰ। ਕੀ ਹੈ ਇਹ ਮਨੁੱਖ
ਇਹ ਮਿੱਟੀ ਦਾ ਪੁਤਲਾ ਇਹ ਹੁਣ ਬਣਿਆ ਹੋਇਆ, ਤੁਰਿਆ ਫਿਰਦਾ ਦਿਸਦਾ ਹੈ, ਤੇ ਇੱਕ ਛਿਨ ਵਿੱਚ ਹੀ ਸਾਹ ਰੁਕ ਜਾਏ ਤੇ ਮਿੱਟੀ ਦੀ ਢੇਰੀ ਬਣ ਜਾਏਗਾ। ਕਿਆ ਹੈ ਮਨੁੱਖ? ਹਜ਼ੂਰ ਕਹਿੰਦੇ ਮਾਟੀ ਕੋ ਪੁਤਲਾ ਕੈਸੇ ਨਚਤ ਹੈ, ਦੇਖਿਆ ਦੇਖਿਆ ਸੁਨਾ ਬੋਲਾ ਦੌਰਿਓ ਫਿਰਤ ਹੈ। ਜਬ ਕਸ਼ ਪਾਵੇ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਕੀ ਹੈ ਮਨੁੱਖ? ਕਹੋ ਕਿਆ ਜ਼ੋਰ? ਕਹੋ ਦੱਸੋ ਖਾਂ ਭਾਈ ਕੀ ਜ਼ੋਰ ਹੈ ਇਸ ਮਨੁੱਖ ਦੇ ਕੋਲ? ਇਹਦੇ ਕੋਲ ਤਾਕਤ, ਬਲ, ਜ਼ੋਰ, ਸਮਰੱਥਾ ਕਿੰਨੀ ਕੁ ਹੈ? ਝੂਠਾ ਮਾਇਆ ਕਾ ਸਭ ਸੋਰ। ਇਹ ਜਿੰਨਾ ਵੀ ਰੌਲਾ ਰੱਪਾ ਚਾਰ ਚਫੇਰੇ ਪਾਇਆ ਹੈ ਨਾ ਨੇ, ਵੀ ਮੈਂ ਫੌਜਾਂ ਰੱਖੀਆਂ, ਮੈਂ ਤਖਤ ਦਾ ਮਾਲਕ ਹਾਂ, ਮੈਂ ਜ਼ਮੀਨ ਦਾ ਮਾਲਕ ਹਾਂ, ਉਹ ਚੀਜ਼ ਮੇਰੀ, ਆਹ ਮੇਰੀ, ਮੇਰੀ ਘਰ ਵਾਲੀ, ਧੀਆਂ ਪੁੱਤਰ, ਸਾਰਾ ਕੁਛ, ਇਹ ਸਾਰਾ ਹੀ ਜਿਹੜਾ ਸ਼ੋਰ ਸ਼ਰਾਬਾ ਰੌਲਾ ਰੱਪਾ ਹੈ, ਇਹ ਸਭ ਮਾਇਆ ਦਾ ਝੂਠਾ ਹੀ ਰੌਲਾ ਰੱਪਾ ਹੈ, ਝੂਠਾ ਹੀ ਹੈ ਸਾਰਾ ਕੁਝ। ਜੇਤੀ ਸਮੱਗਰੀ ਦੇਖੋ ਰੇ ਨਰ, ਤੇਤੀ ਹੀ ਛੱਡ ਜਾਂਦੀ। ਰਾਮ ਨਾਮ ਸੰਗ ਕਰ ਬਿਵਹਾਰਾ, ਪਾਵਹਿ ਪਦ ਨਿਰਬਾਨੀ। ਕਰਨ ਕਰਾਵਨਹਾਰ ਸੁਆਮੀ। ਹਜ਼ੂਰ ਕਹਿੰਦੇ ਨੇ ਸਭ ਕੁਝ ਕਰਨ ਵਾਲਾ ਜਗਤ ਨੂੰ ਪੈਦਾ ਤੇ ਸਾਰਿਆਂ ਜੀਆਂ ਤੋਂ ਕਰਾਉਣ ਵਾਲਾ, ਸਾਰੇ ਕਰਮ ਕਰਤੱਵ ਸੁਆਮੀ ਮਾਲਕ ਵਾਹਿਗੁਰੂ ਹੈ। ਸਗਲ ਘਟਾ ਕੇ ਅੰਤਰਜਾਮੀ, ਸਾਰੇ ਜਿੰਨੇ ਘਟ ਸਰੀਰ ਹਨ ਸਭਨਾਂ ਦੇ ਅੰਦਰ ਦੀਆਂ ਜਾਣਨ ਵਾਲਾ ਵਾਹਿਗੁਰੂ। ਸਭ ਦੇ ਖਿਆਲਾਤ, ਵਿਚਾਰ, ਫੁਰਨੇ, ਇੱਛਾ ਸਭ ਜਾਣਦਾ ਹੈ। ਸਰਬ ਸੁਖਾ ਸੁਖ ਸਾਚਾ ਇਹੋ, ਸਾਰਿਆਂ ਸੁਖਾਂ ਸਿਰ ਸ਼੍ਰੋਮਣੀ ਸੱਚਾ ਸੁਖ ਇਹ ਹੈ। ਕੀ ਜੀ? ਗੁਰ ਉਪਦੇਸ਼ ਮਨਾ ਮੈਂ ਲੇਹੋ। ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਿਆ ਉਪਦੇਸ਼ ਆਪਣੇ ਮਨ ਦੇ ਅੰਦਰ ਲੈ ਲਓ, ਮਨ ਵਿੱਚ ਧਾਰਨ ਕਰ ਲਓ। ਮਤਲਬ ਜਾ ਕਉ ਰਾਮ ਨਾਮ ਲਿਵ ਲਾਗੀ। ਗੁਰਾਂ ਦੇ ਉਪਦੇਸ਼ ਰਾਹੀਂ, ਗੁਰਾਂ ਦਾ ਉਪਦੇਸ਼ ਇਹੀ ਹੈ, ਰਾਮ ਦਾ ਨਾਮ। ਗੁਰੂ ਦੇ ਉਪਦੇਸ਼ ਦੁਆਰਾ ਜਿਸ ਦੀ ਪਰਮਾਤਮਾ ਦੇ ਨਾਮ ਵਿੱਚ ਲਿਵ ਲੱਗ ਗਈ ਹੈ, ਜਿਸ ਦੀ ਸੁਰਤ ਜੁੜ ਗਈ, ਸੁਰਤੀ ਦਾ ਪ੍ਰਵਾਹ ਵਾਹਿਗੁਰੂ ਦੇ ਨਾਮ ਜੁੜ ਗਿਆ, ਤੇਲ ਦੀ ਧਾਰਾ ਵਾਂਗ ਮਨ ਪਰਮਾਤਮਾ ਨਾਲ ਜੁੜ ਗਿਆ। ਕਹੋ ਨਾਨਕ ਸੋ ਧਨ ਵਡਭਾਗੀ। ਕਹੋ ਭਾਈ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਕਹੋ, ਇਹ ਗੱਲ ਕਿਹਾ ਕਰੋ ਭਈ ਉਹ ਪੁਰਖ ਧਨ ਹੈ, ਉਹੀ ਵਡਭਾਗੀ ਹੈ। ਧਨ ਮਤਲਬ ਸਲਾਹੁਣ ਯੋਗ, ਉਹ ਧਨ ਪੁਰਸ਼ ਹੈ। ਸੋ ਧਨ ਪੁਰਖ ਜਿਸ ਨਾਮ ਪਿਆਰ, ਉਹ ਪੁਰਖ ਧਨਤਾ ਯੋਗ ਹੈ, ਸਲਾਹੁਣ ਯੋਗ ਹੈ, ਉਹ ਮਹਾਨ ਹੈ, ਉਹ ਵਡਭਾਗੀ ਉਹੀ ਹੈ। ਆਮ ਤੌਰ 'ਤੇ ਹਜ਼ੂਰ, ਆਮ ਅਸੀਂ ਲੋਕ ਸੰਸਾਰੀ ਕਹਿੰਦੇ ਹਾਂ ਵੀ ਜਿਹਦੇ ਕੋਲ ਧਨ ਦੌਲਤ ਬਹੁਤੀ ਹੈ, ਸੰਸਾਰੀ ਪਦਾਰਥ ਸੁੱਖ ਜ਼ਿਆਦਾ, ਉਹ ਵਡਭਾਗਾ ਮਨੁੱਖ। ਹਜ਼ੂਰ ਕਹਿੰਦੇ ਨਹੀਂ, ਵਡਭਾਗੀ ਤੇ ਜਨ ਕਉ ਜਾਨੋ, ਜੋ ਹਰ ਕੇ ਗੁਣ ਗਾਵੈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੁਆਰੇਰੀ ਗੌੜੀ ਰਾਗਣੀ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ, ਸੁਣ ਹਰ ਕਥਾ ਉਤਾਰੀ ਮੈਲ। ਭਾਈ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਵਾਲੀ, ਸਰੂਪ ਤੇ ਤਟਸਥੀ ਲਖਣਾ ਵਾਲੀ ਕਥਾ, ਵਾਹਿਗੁਰੂ ਦੀ ਵਡਿਆਈ ਦੀ ਕਥਾ ਜਿਨ੍ਹਾਂ ਨੇ ਸੁਣੀ ਆ, ਉਹਨਾਂ ਆਪਣੇ ਮਨ ਦੀਆਂ ਮੈਲਾਂ ਲਾਹ ਲਈਆਂ, ਉਹਨਾਂ ਦੀ ਮੈਲ ਉਤਰ ਗਈ ਹੈ। ਮਹਾ ਪੁਨੀਤ ਭਏ ਸੁਖ ਸੈਲ, ਉਹ ਮਹਾਨ ਪਵਿੱਤਰ ਬਣ ਗਏ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਕਹਤੇ ਪਵਿੱਤਰ ਸੁਣਤੇ ਸਭ ਧਨ, ਲਿਖਤੀ ਕੁਲ ਤਾਰਿਆ ਜੀਓ। ਸੁਣਤੇ ਪੁਨੀਤ, ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਉਹਨਾਂ ਆਪਣੀ ਮੈਲ ਉਤਾਰ ਲਈ ਤੇ ਮਹਾਨ ਪਵਿੱਤਰ ਭਏ ਹੋ ਗਏ। ਸੁਖ ਸੈਲ, ਮਹਾਪੁਨੀਤ ਹੋ ਗਏ, ਭਏ ਸੁਖ ਸੈਲ, ਸੁੱਖਾਂ ਦੇ ਪਹਾੜ ਬਣ ਗਏ। ਉਹਨਾਂ ਨੂੰ ਪ੍ਰਾਪਤ ਹੋਏ ਪਹਾੜਾਂ ਜਿੰਨੇ ਸੁੱਖ, ਮਤਲਬ ਬਹੁਤਾਤ ਰੂਪ ਵਿੱਚ ਸੁੱਖ ਉਹਨਾਂ ਨੂੰ ਮਿਲਿਆ। ਸਾਰੇ ਸੁੱਖਾਂ ਸਿਰ ਸ਼੍ਰੋਮਣੀ ਸੁੱਖ, ਜਿਵੇਂ ਹਾਥੀ ਦੇ ਪੈਰ ਵਿੱਚ ਸਾਰੇ ਪੈਰ ਆ ਜਾਂਦੇ ਨੇ, ਇਸ ਤਰ੍ਹਾਂ ਵੱਡਾ ਸੁੱਖ, ਆਤਮਿਕ ਸੁੱਖ। ਸਭੇ ਸੁਖ ਭਏ ਪ੍ਰਭ ਤੁੱਠੇ, ਗੁਰ ਪੂਰੇ ਕੇ ਚਰਨ ਮਨ ਉੱਠੇ, ਜਿਵੇਂ ਵਚਨ ਕਹੇ ਹਨ। ਵੱਡਾ ਭਾਗ ਪਾਇਆ ਸਾਧ ਸੰਗ, ਕਹਿੰਦੇ ਵੱਡਿਆਂ ਭਾਗਾਂ ਕਰਕੇ ਮੱਥੇ ਦੇ ਭਾਗ ਸਵੱਲੇ ਸਨ, ਵੱਡੇ ਭਾਗ ਲਿਖੇ ਹੋਏ ਸੀ ਵਾਹਿਗੁਰੂ ਨੇ। ਉਹਨਾਂ ਭਾਗਾਂ ਮੂਜਬ, ਭਾਗਾਂ ਅਨੁਸਾਰ ਪਾਇਆ ਸਾਧੂ ਸਤਿਗੁਰਾਂ ਦਾ ਸੰਗ, ਪਾਇਆ ਸਾਧੇ ਹੋਏ ਮਨ ਵਾਲੇ ਗੁਰਮੁਖ ਜਨਾਂ ਦਾ ਸੰਗ ਸਾਥ। ਪਾਰ ਬ੍ਰਹਮ ਸਿਉ ਲਾਗੋ ਰੰਗ, ਉਹ ਸਾਧੂ ਰੰਗੇ ਹੋਏ ਸੀ ਵਾਹਿਗੁਰੂ ਨਾਲ। ਤੇ ਇਸ ਕਰਕੇ ਸਾਡਾ ਵੀ ਪਾਰ ਬ੍ਰਹਮ ਪਰਮਾਤਮਾ ਨਾਲ ਰੰਗ ਪ੍ਰੇਮ ਲੱਗ ਗਿਆ। ਹਰ ਹਰ ਨਾਮ ਜਪਤ ਜਨ ਤਾਰਿਓ, ਜਿਹੜਾ ਜਨ ਵਾਹਿਗੁਰੂ 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 ਨਾਮ ਨੂੰ ਜਪਦਾ ਸੀ, ਜਪਦਿਆਂ ਜਪਦਿਆਂ ਵਾਹਿਗੁਰੂ ਨੇ ਉਸ ਜਨ ਨੂੰ ਤਾਰ ਦਿੱਤਾ ਸੰਸਾਰ ਸਮੁੰਦਰ ਤੋਂ।
ਅਗਨ ਸਾਗਰ ਗੁਰ ਪਾਰ ਉਤਾਰਿਓ। ਇਹ ਜਿਹੜਾ ਸੰਸਾਰ ਹੈ ਇਸ ਨੂੰ ਭਵ ਸਾਗਰ ਕਿਹਾ, ਅਗਨ ਸਾਗਰ ਕਿਹਾ, ਸੰਸਾਰ ਵਿਖਿਆ ਕੂਪ ਕਿਹਾ ਹੈ, ਇਹਨੂੰ ਜੰਗਲ ਵਰਗਾ ਕਿਹਾ, ਕਈ ਲਕਬ ਦਿੱਤੇ ਨੇ। ਹਜ਼ੂਰ ਕਹਿੰਦੇ ਨੇ ਜਿਹੜਾ ਅੱਗ ਦਾ ਸਾਗਰ ਸੀ, ਜਿਵੇਂ ਬਚਨ ਕੀਤੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇੱਥੇ ਨਦੀਆਂ ਵਗ ਰਹੀਆਂ ਅੱਗ ਦੀਆਂ। ਇਹ ਅਗਨੀ ਦਾ ਸਾਗਰ ਹੈ। ਕਾਮ ਕ੍ਰੋਧ ਮੋਹ ਲੋਭ ਹੰਕਾਰ ਰੂਪੀ ਅੱਗਾਂ ਲੱਗੀਆਂ ਹੋਈਆਂ। ਇਹ ਸਾਗਰ ਵਿੱਚ ਇੱਕ ਤੇ ਪਾਣੀ ਹੁੰਦਾ ਨਾ, ਇੱਥੇ ਅੱਗਾਂ ਇਕੱਠੀਆਂ ਹੋਈਆਂ, ਤ੍ਰਿਸ਼ਨਾ ਵਿਕਾਰਾਂ ਦੀਆਂ ਅੱਗਾਂ ਲੱਗੀਆਂ ਹੋਈਆਂ। ਇਸ ਅੱਗ ਦੇ ਸਾਗਰ ਤੋਂ ਸਤਿਗੁਰੂ ਮਹਾਰਾਜ ਨੇ ਸੇਵਕ ਨੂੰ ਪਾਰ ਉਤਾਰ ਦਿੱਤਾ ਹੈ। ਜਿਹਨੇ ਸਤਿਗੁਰਾਂ ਦਾ ਸੰਗ ਕੀਤਾ, ਉਪਦੇਸ਼ ਲੈ ਕੇ ਨਾਮ ਜਪਿਆ, ਸਤਿਗੁਰੂ ਜੀ ਨੇ ਅਗਨ ਸਾਗਰ ਤੋਂ ਪਾਰ ਉਤਾਰਾ ਕਰ ਦਿੱਤਾ। ਰਹਾਓ ਕਰ ਕੀਰਤਨ ਮਨ ਸੀਤਲ ਭਏ। ਗੁਰਾਂ ਦੇ ਬਚਨਾਂ ਦੁਆਰਾ, ਉਪਦੇਸ਼ ਦੁਆਰਾ ਜਿਹੜੇ ਵਾਹਿਗੁਰੂ ਦੇ ਜਸ ਨੂੰ ਗਾਉਣ ਲੱਗੇ ਨਾ ਮਨੋਂ ਤਨੋਂ, ਉਹ ਕੀਰਤਨ ਕਰਦੇ ਹੋਏ ਉਹਨਾਂ ਦੇ ਮਨ ਸੀਤਲ ਠੰਡੇ ਠਾਰ ਹੋ ਗਏ, ਉਹਨਾਂ ਦੇ ਮਨ ਸ਼ਾਂਤ ਹੋ ਗਏ, ਸੀਤਲਤਾ ਆ ਗਈ। ਜਿਹੜੀ ਤਪਸ਼ ਸੀ ਨਾ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਇਸ ਤਰ੍ਹਾਂ ਮਨ ਸੀਤਲ ਹੋਏ। ਜਨਮ ਜਨਮ ਕੇ ਕਿਲ ਵਿਖ ਗਏ। ਜਨਮਾਂ ਜਨਮਾਂਤਰਾਂ ਦੇ ਜਿਹੜੇ ਬੱਜਰ ਪਾਪ ਇਕੱਠੇ ਹੋਏ ਸਨ, ਉਹ ਸਾਰੇ ਹੀ ਲੱਥ ਗਏ। ਜਿਵੇਂ ਬਚਨ ਹਨ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਇਸ ਤਰ੍ਹਾਂ ਜਨਮਾਂ ਜਨਮਾਂਤਰਾਂ ਦੇ ਕਿਲ ਵਿਖ ਬੱਜਰ ਪਾਪ, ਵੱਡੇ ਛੋਟੇ ਪਾਪ ਚਲੇ ਗਏ। ਸਰਬ ਨਿਧਾਨ ਪੇਖੇ ਮਨ ਮਾਹੇ। ਜਦੋਂ ਉੱਚੀ ਅਵਸਥਾ ਬਣ ਜਾਂਦੀ ਹੈ, ਗਿਆਨਵਾਨ ਪੁਰਸ਼ ਹੋ ਗਏ ਤੇ ਉਹਨਾਂ ਨੇ ਸਾਰੇ ਖਜ਼ਾਨੇ ਮਨ ਹੀ ਮਨ ਅੰਦਰ ਵੇਖ ਲਏ। ਵਾਹਿਗੁਰੂ ਦੇ ਨਾਮ ਦਾ ਇਹ ਪ੍ਰਤਾਪ ਹੈ। ਉਹਨਾਂ ਨੂੰ ਇਹ ਗਿਆਨ ਹੋ ਗਿਆ, ਸਮਝ ਆ ਗਈ ਕਿ ਵਾਹਿਗੁਰੂ ਦੇ ਨਾਮ ਵਿੱਚ ਹੀ ਸਾਰੇ ਖਜ਼ਾਨੇ ਛੁਪੇ ਹੋਏ ਨੇ। ਅਵ ਢੂੰਡਨ ਕਾਹੇ ਕਉ ਜਾਹੇ। ਜਿਵੇਂ ਬਚਨਾਂ ਰਿੱਧ ਸਿੱਧ ਜਾ ਕੋ ਫੁਰੀ ਤਬ ਕਾਹੂ ਸਿਉ ਕਿਆ ਕਾਜ। ਰਿੱਧੀ ਸਿੱਧੀ ਜਿਨ੍ਹਾਂ ਦੇ ਚਰਨਾਂ 'ਚ ਦਾਸੀ ਬਣ ਕੇ ਖਲੋਤੀ, ਉਹਨੂੰ ਕਿਸੇ ਮਨੁੱਖ ਨਾਲ ਕੀ ਕੰਮ, ਕਿਉਂ ਕਿਸੇ ਦੇ ਅਧੀਨ ਹੋਣਾ। ਅਬ ਢੂੰਡਨ ਕਾਹੇ ਕਉ ਜਾਏ। ਹੁਣ ਕਿਸੇ ਪਦਾਰਥ ਨੂੰ ਢੂੰਡਣ ਖੋਜਣ ਵਾਸਤੇ ਕਿੱਧਰ ਜਾਣਾ, ਉਹਨਾਂ ਦਾ ਮਨ ਤਾਂ ਕਰਕੇ ਅੰਦਰ ਜੁੜਿਆ ਰਹਿੰਦਾ। ਪ੍ਰਭ ਆਪਣੇ ਜਬ ਭਏ ਦਇਆਲ। ਜਦੋਂ ਆਪਣੇ ਪ੍ਰਭੂ ਪਰਮਾਤਮਾ ਜੀ ਦਇਆਲੂ ਕਿਰਪਾਲੂ ਹੋ ਗਏ, ਪੂਰਨ ਹੋਈ ਸੇਵਕ ਘਾਲ, ਤਾਂ ਸੇਵਕ ਦੀ ਘਾਲਣਾ ਘਾਲੀ ਹੋਈ, ਪੂਰਨ ਹੋ ਗਈ, ਭਾਵ ਸਫਲੀ ਹੋ ਗਈ, ਪ੍ਰਵਾਨ ਹੋ ਗਈ। ਬੰਧਨ ਕਾਟ ਕੀਏ ਆਪਣੇ ਦਾਸ। ਉਹਦੇ ਕਰਤਾ ਭੋਗਤਾ ਹੰਗਤਾ ਮਮਤਾ ਜੰਮਣ ਮਰਨ, ਸੋ ਇਸ ਪ੍ਰਕਾਰ ਨਰਕ ਸੁਰਗ, ਇਹ ਸਾਰੇ ਜਿਹੜੇ ਬੰਧਨ ਸੀ, ਜਮਾਂ ਦੀਆਂ ਫਾਹੀਆਂ ਕੱਟ ਦਿੱਤੀਆਂ, ਆਪਣੇ ਦਾਸ ਬਣਾ ਲਿਆ। ਸਿਮਰ 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 ਗੁਣਤਾਸ। ਫਿਰ ਉਹ ਮਨ ਬਾਣੀ ਕਰਕੇ ਸਿਮਰਦੇ ਹਨ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ। ਏਕੋ ਮਨ ਏਕੋ ਸਭ ਠਾਏ। ਮਨ ਵਿੱਚ ਵੀ ਇੱਕ ਪਰਮਾਤਮਾ ਹੀ ਵਸਿਆ ਹੋਇਆ ਤੇ ਸਭਨਾ ਥਾਵਾਂ 'ਤੇ ਇੱਕੋ ਪਰਮਾਤਮਾ ਹੀ ਦਿਖਾਈ ਦਿੰਦਾ। ਪੂਰਨ ਪੂਰ ਰਹੇ ਉਹ ਸਭ ਜਾਏ। ਜੋ ਪੂਰਨ ਹੈ ਗੁਣਾਂ ਕਰਕੇ, ਸ਼ਕਤੀਆਂ ਕਰਕੇ ਪਰਮਾਤਮਾ, ਉਹ ਪੂਰਨ ਹੋ ਰਿਹਾ, ਸਾਰੀਆਂ ਥਾਵਾਂ 'ਤੇ ਭਰਪੂਰ ਹੋ ਰਿਹਾ, ਵਿਆਪਕ ਹੋ ਰਿਹਾ ਹੈ। ਇੰਝ ਉਹਨਾਂ ਨੂੰ ਦਿਖਾਈ ਦਿੰਦਾ, ਗਿਆਨ ਹੋ ਜਾਂਦਾ। ਗੁਰਪੂਰ ਹੈ ਸਭ ਭਰਮ ਚੁਕਾਇਆ। ਜਿਹੜੀ ਪਹਿਲਾਂ ਭ੍ਰਾਂਤੀ ਸੀ, ਭਰਮ ਸੀ, ਭਟਕਣਾ ਸੀ ਮਨ ਅੰਦਰ, ਪੂਰੇ ਸਤਿਗੁਰੂ ਜੀ ਨੇ ਸਭ ਤਰ੍ਹਾਂ ਦਾ ਭਰਮ ਦੂਰ ਕਰ ਦਿੱਤਾ ਉਸ ਸੇਵਕ ਦਾ। ਹਰ ਸਿਮਰਤ ਨਾਨਕ ਸੁਖ ਪਾਇਆ। ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸਦਾ ਦਾ ਆਤਮਿਕ ਸੁਖ, ਕਿਉਂਕਿ ਸੁਖ ਦੇ ਖੱਕੇ ਨੂੰ ਔਂਕੜ ਲੱਗਾ ਹੋਇਆ। ਖੱਖੇ ਨੂੰ ਔਂਕੜ ਦਾ ਮਤਲਬ ਇੱਕ ਸੁਖ, ਮਤਲਬ ਆਤਮਿਕ ਸੁਖ, ਸਦੀਵੀ ਸੁਖ, ਹਮੇਸ਼ਾ ਸੁਖ। ਜਿਸ ਸੁਖ ਦੇ ਬਰਾਬਰ ਕਰੋੜਾਂ ਸੁਖ ਨਹੀਂ ਪੁੱਜਦੇ, ਉਹ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਹੈ। ਗੌੜੀ ਗਵਾਰੇਰੀ ਮਹੱਲਾ ਪੰਜਵਾ। ਗਵਾਰੇਰੀ ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾਤਾ ਜੀ ਬਚਨ ਫਰਮਾਉਂਦੇ ਨੇ। ਹਜ਼ੂਰ ਕਹਿੰਦੇ ਨੇ, ਅਗਲੇ ਮੋਏ ਸੇ ਪਾਛੈ ਪਰੇ। ਸੰਸਾਰ ਦੀ ਹਾਲਤ ਬਿਆਨ ਕਰ ਰਹੇ ਨੇ। ਅਗਲੇ ਜਿਹੜੇ ਪਰਲੇ ਲੋਕ, ਜਿਹੜੇ ਪਹਿਲਾਂ ਸਾਥੋਂ ਹੋ ਚੁੱਕੇ ਨੇ, ਵੱਡੇ ਵਡੇਰੇ ਜਿਹੜੇ ਅਗਲੇ ਵੱਡੇ ਮਰ ਗਏ। ਮੋਏ ਮਤਲਬ ਮਰ ਗਏ ਸਰੀਰਕ ਤੌਰ 'ਤੇ, ਉਹ ਪਿੱਛੇ ਪਾਤੇ ਜਾਂਦੇ, ਪਿੱਛੇ ਪੈ ਗਏ, ਮਤਲਬ ਉਹਨਾਂ ਦੀ ਯਾਦ ਭੁਲਾਤੀ ਜਾਂਦੀ ਹੈ। ਇਹ ਖਿਆਲ ਨਹੀਂ ਕੀਤਾ ਜਾਂਦਾ ਵੀ ਉਹ ਮਰੇ ਸਨ ਅਤੇ ਅਸੀਂ ਵੀ ਮਰ ਜਾਣਾ। ਇਹ ਖਿਆਲ ਵਿਸਾਰ ਦਿੱਤਾ, ਜਾਂ ਇੰਝ ਸਮਝਿਆ ਕਿ ਉਹ ਪਿੱਛੇ ਰਹਿ ਗਏ, ਪਾਛੈ ਪਰੇ, ਪਿੱਛੇ ਪੈ ਗਏ, ਭਈ ਬਹੁਤੀ ਮਾਇਆ ਨਹੀਂ ਇਕੱਠੀ ਕਰ ਸਕੇ।
ਜੋ ਉਬਰੇ ਸੇ ਬੰਦ ਲੱਖ ਖਰੇ। ਉਹਨਾਂ ਦੀ ਮੌਤ ਦਾ ਚੇਤਾ ਨਹੀਂ ਰੱਖਿਆ, ਇਹ ਖਿਆਲ ਨਹੀਂ ਕੀਤਾ ਕਿ ਉਹ ਕੁਛ ਨਹੀਂ ਨਾਲ ਲੈ ਕੇ ਗਏ, ਬਲਕਿ ਜਿਹੜੇ ਬਚੇ ਹੋਏ ਨੇ ਜੇ ਜਮਾਂ ਤੋਂ, ਮੌਤ ਤੋਂ, ਕਾਲ ਤੋਂ ਬਚੇ ਹੋਏ, ਉਬਰੇ ਬਚੇ ਹੋਏ, ਸੇ ਬੰਦ ਲੱਕ ਖਰੇ। ਲੱਕ ਮਾਝੇ 'ਚ ਕਮਰ ਨੂੰ ਕਹਿੰਦੇ ਨੇ, ਕਹਿੰਦੇ ਉਹ ਕਮਰ ਕੱਸੇ ਕਰਕੇ ਨਾ ਲੱਕ ਬੰਨ੍ਹ ਕੇ ਤੇ ਖੜੇ ਹੋਏ ਨੇ। ਬੰਦ ਲੱਕ ਖਰੇ, ਖੜੇ ਹੋ ਗਏ, ਲੱਕ ਬੰਨ੍ਹ ਗਏ। ਕਾਹਦੇ ਵਾਸਤੇ ਜੀ? ਜਿਹੇ ਧੰਦੇ ਮੈਂ ਉਹ ਲਪਟਾਏ। ਸੰਸਾਰ ਦੀ ਹਾਲਤ ਬਿਆਨ ਕਰ ਰਹੇ ਨੇ ਕਿ ਇੱਕ ਦੂਜੇ ਦੇ ਮਗਰ ਸਾਰਾ ਸੰਸਾਰ ਚੱਲ ਰਿਹਾ। ਜੋ ਪਹਿਲਾਂ ਵਾਲੇ ਕਰ ਗਏ ਉਹੀ ਹੋਣ ਵਾਲੇ ਕਰ ਰਹੇ, ਤੇ ਸਿੱਖਿਆ ਕੋਈ ਨਹੀਂ ਲਈ। ਜਿਵੇਂ ਫਰੀਦ ਜੀ ਨੇ ਕਿਹਾ, ਫਰੀਦਾ ਕਿੱਥੈ ਤੈਂਡੈ ਮਾਪਿਆ, ਜਿਨੀ ਤੂੰ ਜਣਿਓ ਹੈ ਤੈ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀਣੋ ਹੈ। ਤੈਨੂੰ ਸਿੱਖਿਆ ਲੈਣੀ ਚਾਹੀਦੀ ਸੀ ਕਿ ਉਹ ਨਹੀਂ ਰਹੇ ਤੇ ਮੈਂ ਵੀ ਨਹੀਂ ਰਹਿਣਾ, ਇਹ ਗੱਲ ਧਾਰਨ ਕਰ ਦੂੰ, ਪਰ ਤੂੰ ਅਜੇ ਨਹੀਂ ਪਤੀਜਦਾ। ਮੌਤ ਮਰਨ ਬਾਰੇ ਅਜੇ ਪਤੀਜਦਾ ਨਹੀਂ, ਸਮਝਦਾ ਮੈਂ ਜਿਉਂਦਾ ਰਹਿਣਾ। ਅਗਲੇ ਨਹੀਂ ਰਹੇ ਤੇ ਤੂੰ ਕਿਵੇਂ ਰਹੇਗਾ? ਤਾਂ ਹਜ਼ੂਰ ਕਹਿੰਦੇ ਜੇ ਧੰਦੇ ਮੈਂ ਉਹ ਲਪਟਾਏ। ਲੱਕ ਕੀ ਬੰਨ੍ਹ ਕੇ ਖੜੇ ਹੋਏ ਵੀ ਜਿਸ ਧੰਦੇ ਵਿੱਚ ਉਹ ਜਿਹੜੇ ਮਰਨ ਵਾਲੇ ਸੀ ਵੱਡੇ ਵਡੇਰੇ, ਉਹ ਲੰਪਟ ਹੋਏ ਰਹੇ, ਲਪਟਾਏ ਰਹੇ, ਫਸੇ ਰਹੇ ਜਿਸ ਧੰਦੇ ਵਿੱਚ, ਉਹਨਾਂ 'ਤੇ ਦੁੱਗਣ ਦਿੜੀ ਉਹ ਜਿਹੜੇ ਬਚੇ ਹੋਏ ਨੇ ਨਾ ਹੁਣ ਅਜੇ ਕਾਲ ਤੋਂ ਜਿਉਂਦੇ ਨੇ, ਉਹਨਾਂ ਮਰਿਆਂ ਹੋਇਆਂ ਨਾਲੋਂ ਦੁੱਗਣੀ ਮਾਇਆ ਉਹਨਾਂ ਨੇ ਮਨ ਵਿੱਚ ਦ੍ਰਿੜ ਕਰ ਲਈ। ਬਹੁਤੀ ਜ਼ਿਆਦਾ ਮਾਇਆ, ਉਹਨਾਂ ਨਾਲੋਂ ਵੱਧ ਮਾਇਆ ਜਮ੍ਹਾਂ ਕਰਨ ਦੀ ਇੱਛਾ ਤ੍ਰਿਸ਼ਨਾ ਮਨ 'ਚ ਦ੍ਰਿੜ ਕਰ। ਉਹ ਬੇਲਾ ਕਛ ਚੀਤ ਨਾ ਆਵੈ। ਜਿਹੜਾ ਉਹ ਵੱਡਿਆਂ ਵਡੇਰਿਆਂ ਦੇ ਮਰਨ ਵਾਲਾ ਵੇਲਾ ਸਾਡੇ 'ਤੇ ਵੀ ਆਉਣਾ, ਉਹ ਬੇਲਾ ਘੜੀ ਨੂੰ ਵੀ ਕਹਿੰਦੇ ਨੇ। ਉਹ ਬੇਲਾ ਘੜੀ ਮਰਨ ਦਾ ਸਮਾਂ, ਬਲਕਿ ਮਰਨ ਲਿਖਾਏ ਮੰਡਲ ਮੈਂ। ਕਿਸੇ ਕੋਲ ਮੌਤ ਦੀ ਗੱਲ ਕਰੋ, ਮੌਤ ਦੀਆਂ ਗੱਲਾਂ ਕਰੀਏ ਤਾਂ ਲੋਕ ਨਾਰਾਜ਼ ਹੋ ਜਾਂਦੇ ਨੇ ਵੀ ਮੌਤ ਦੀਆਂ ਗੱਲਾਂ ਕਰੀ ਜਾਂਦੇ ਹੋ। ਮਤਲਬ ਡਰ ਆਉਂਦਾ ਨਾ ਵੀ ਕਿਉਂ ਮੌਤ ਦੀ ਗੱਲ ਕਰੋ। ਹਾਲਾਂਕਿ ਅਟਲ ਸੱਚਾਈ ਆ, ਮਰਨਾ ਤਾਂ ਸਭ ਨੇ ਮਰਨਾ ਹੈ, ਪਰ ਲੋਕ ਮੌਤ ਦੀ ਗੱਲ ਸੁਣ ਕੇ ਨਾਰਾਜ਼ ਹੁੰਦੇ ਨੇ, ਖੁਸ਼ ਨਹੀਂ ਹੁੰਦੇ। ਜੰਮਣ ਦੀ ਗੱਲ ਕਰੋ, ਖੁਸ਼ੀਆਂ ਦੀ ਗੱਲ ਕਰੋ, ਵਿਆਹਾਂ ਸ਼ਾਦੀਆਂ ਦੀ ਗੱਲ ਕਰੋ। ਸੋ ਇਸ ਪ੍ਰਕਾਰ ਜਿਵੇਂ ਕਿਸੇ ਨਗਰ 'ਚ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ 'ਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਸੱਦਿਆ ਸੀ, ਅਤੇ ਉਹਨਾਂ ਨੇ ਮਾਝ ਰਾਗ ਵਿੱਚ ਜੋ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੈ, ਅਤੇ ਇਸੇ ਦੀ ਵਿਆਖਿਆ ਕਰਨੀ ਸੀ। ਅਤੇ ਇਹਦੇ ਵਿੱਚ ਮੌਤ ਦੀ ਵਾਰਤਾ ਬੜੀ ਹੈ। ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕਿ, ਜਿਸ ਦਿਨ ਦੇਹ ਬਿਨਸੀ ਤਿਤ ਵੇਲੇ ਕਹਿ ਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ, ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ, ਹੱਥ ਮਰੋੜਾ ਤਨ ਕਪੇ ਸਿਆਹ ਹੋਆ ਸੇਤ। ਇਹ ਵਿਚਾਰਾਂ ਤਾਂ ਸੁਣਾਉਣੀਆਂ ਸੀ। ਤਾਂ ਜਦੋਂ ਮਸਕੀਨ ਜੀ ਕਥਾ ਕਰਕੇ ਵਿਹਲੇ ਹੋਏ, ਸਮਾਪਤੀ ਹੋਈ, ਤਾਂ ਝੁਰਮਟ ਪਾ ਕੇ ਕੁਛ ਬੀਬੀਆਂ ਵੀ ਅਤੇ ਬੰਦੇ ਵੀ ਇਕੱਠੇ ਹੋ ਗਏ। ਕਹਿਣ ਲੱਗੇ ਵਰੇ ਵਰੇ ਦਾ ਦਿਨ, ਖੁਸ਼ੀ ਦਾ ਦਿਹਾੜਾ, ਸੰਗਰਾਂਦ ਦਾ ਦਿਨ, ਮਸਕੀਨ ਜੀ ਤੁਹਾਨੂੰ ਸੱਦਿਆ ਸੀ ਅਤੇ ਤੁਸੀਂ ਮੌਤ ਦੀਆਂ ਗੱਲਾਂ ਸੁਣਾਈ ਗਏ। ਤਾਂ ਮਸਕੀਨ ਜੀ ਕਹਿੰਦੇ ਹੁਣ ਜੋ ਕੁਝ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਮੈਂ ਉਹੀ ਵਿਚਾਰ ਕਰਨੀ ਸੀ, ਹੋਰ ਮੈਂ ਆਪਣੀ ਮਰਜ਼ੀ ਨਾਲ ਥੋੜ੍ਹਾ ਕਰਨੀ ਸੀ। ਕਹਿਣ ਲੱਗੇ ਨਹੀਂ, ਮੁੜ ਕੇ ਨਹੀਂ ਤੁਹਾਨੂੰ ਅਸੀਂ ਸੱਦਦੇ, ਤੁਸੀਂ ਤਾਂ ਵਰੇ ਵਰੇ ਦਾ ਦਿਨ, ਸੰਗਰਾਂਦ ਦਾ ਦਿਨ ਮੌਤ ਹੀ ਸੁਣਾਈ ਗਏ। ਮੌਤ ਤੋਂ ਐਡਾ ਘਬਰਾਉਂਦਾ ਅਤੇ ਐਡਾ ਨਾਰਾਜ਼ ਹੁੰਦਾ ਮੌਤ ਦੀ ਗੱਲ ਸੁਣ ਕੇ ਕਿ ਫਿਰ ਮੌਤ ਨਹੀਂ ਆਏਗੀ। ਜਿੰਨਾ ਸਮਾਂ ਮਿਥਿਆ ਹੋਇਆ ਉਨਾ ਹੀ ਸਮਾਂ ਜਿਉਂਦਾ ਰਹੇਗਾ ਕੋਈ ਵੀ। ਜੇ ਮੌਤ ਦੀਆਂ ਗੱਲਾਂ ਬਹੁਤੀ ਕਰੀ ਜਾਈਏ ਤਾਂ ਛੇਤੀ ਮੌਤ ਆ ਜਾਂਦੀ ਹੈ, ਬਿਲਕੁਲ ਨਹੀਂ। ਬਲਕਿ ਚੇਤਾ ਰੱਖਣਾ ਚਾਹੀਦਾ ਕਾਲ ਤੇ ਅਕਾਲ। ਕਾਲ ਚੇਤੇ ਹੈ ਤੇ ਅਕਾਲ ਚੇਤੇ ਹੋ ਸਕਦਾ। ਜੇ ਆਪਣਾ ਕਾਲ ਮੌਤ ਹੀ ਚੇਤੇ ਨਹੀਂ ਤੇ ਅਕਾਲ ਪੁਰਖ ਦਾ ਚੇਤਾ ਵੀ ਨਹੀਂ ਆਉਂਦਾ। ਮੌਤ ਨੂੰ ਵੀ ਸਰਾਣੇ ਸਮਝਣਾ ਚਾਹੀਦਾ, ਕੋਲ ਖੜੀ ਹੈ, ਤੇ ਪਰਮਾਤਮਾ ਵੀ ਬਿਲਕੁਲ ਨਜ਼ਦੀਕ ਹੈ। ਸਦ ਸੁਣਦਾ ਸਦ ਵੇਖਦਾ, ਤੇ ਫਿਰ ਹੀ ਸਿਮਰਨ ਹੋ ਸਕਦਾ। ਤਾਂ ਹੀ ਵਾਹਿਗੁਰੂ ਦੇ ਸਨਮੁਖ ਅਸੀਂ ਰਹਿ ਸਕਦੇ ਹਾਂ। ਸੋ ਖੈਰ ਮੁੱਕਦੀ ਗੱਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਬੇਲਾ ਕਛ ਚੀਤ ਨਾ ਆਵੈ। ਉਹ ਜਿਹੜਾ ਮਰਨ ਵਾਲਾ ਸਮਾਂ ਨਾ, ਸਰੀਰ ਦੇ ਅੰਤ ਹੋਣ ਦਾ ਵੇਲਾ, ਘੜੀ, ਸਮਾਂ, ਉਹ ਕੁਛ ਵੀ ਚਿੱਤ ਨਹੀਂ ਆਉਂਦਾ ਜੀਵ ਨੂੰ। ਬਿਨਸ ਜਾਏ ਤਾਹੂ ਲਪਟਾਵੈ। ਜੋ ਕੁਝ ਬਿਨਸ ਜਾਣ ਵਾਲਾ, ਇਸਤਰੀ, ਧੀਆਂ, ਪੁੱਤਰ, ਧਨ ਪਦਾਰਥ, ਸਾਰੇ ਨੇ ਸਾਥ ਛੱਡ ਜਾਣਾ। ਜੋ ਬਿਨਸ ਜਾਣ ਵਾਲੀ ਚੀਜ਼ ਹੈ ਉਹਦੇ ਵਿੱਚ ਹੀ ਬਾਰ-ਬਾਰ ਤਿਸ ਦੇ ਨਾਲ ਹੀ ਲਪਟਾਏ ਮਨ ਹੋ ਰਿਹਾ, ਫਸ ਰਿਹਾ ਹੈ, ਲੰਪਟ ਹੋ ਰਿਹਾ ਹੈ, ਉਧਰ ਨੂੰ ਹੀ ਦੌੜਦਾ ਰਹਾ। ਆਸਾ ਬੰਦੀ ਮੂਰਖ ਦੇ, ਇਸ ਮੂਰਖ ਅਗਿਆਨੀ ਜੀਵ ਦੀ ਸਮੇਤ ਇੰਦਰੀਆਂ ਦੇ ਸਾਰੀ ਦੇਹੀ, ਸਾਰੀਆਂ ਇੰਦਰੀਆਂ ਇਸ ਦੀਆਂ
ਸਾਰਾ ਸਰੂਪ ਵਜੂਦ ਹੀ ਇਸ ਦਾ ਆਸਾ ਵਿੱਚ ਬੱਧਾ ਹੋਇਆ। ਸਾਰੀ ਇੰਦਰੀਆਂ ਸਮੇਤ ਦੇਹੀ ਆਸਾ ਵਿੱਚ ਬੰਦੀ ਮਤਲਬ ਬੱਝੀ ਹੋਈ ਹੈ। ਧਰੇਗੇ ਆਸਾ ਦੂਜੇ ਭਾਵ ਕਿ ਜੋ ਮੋਹ ਮਾਇਆ ਚਤੁਰਾਏ ਸੰਸਾਰ ਦੀ ਆਸਾ ਵਿੱਚ ਹੈ। ਕਾਮ ਕ੍ਰੋਧ ਲਪਟਿਓ ਅਸਨੇਹ, ਤੇ ਇਸ ਆਸਾ ਕਰਕੇ, ਇਸੇ ਵਾਸ਼ਨਾ ਕਰਕੇ ਕਾਮ ਕ੍ਰੋਧ ਤੇ ਅਸਨੇਹ ਮੋਹ ਵਿੱਚ ਲਪਟਿਆ ਹੋਇਆ, ਫਸਿਆ ਹੋਇਆ, ਤਦਾਕਾਰ ਹੋ ਰਿਹਾ। ਸਿਰ ਉੱਪਰ ਠਾਢੋ ਧਰਮ ਰਾਏ, ਇਹਦੇ ਸਿਰ ਦੇ ਉੱਪਰ ਧਰਮ ਰਾਜਾ ਖੜਾ ਹੈ, ਸਵਾਸ ਗਿਣ ਰਿਹਾ ਹੈ। ਗਨੰਤ ਸਵਾਸਾ ਭਿਆਨ ਧਰਮੰ, ਭਿਆਨਕ ਧਰਮ ਰਾਜਾ ਇਹਦੇ ਸਵਾਸ ਗਿਣ ਰਿਹਾ ਹੈ। ਮੌਤ ਸਿਰ ਤੇ ਖੜੀ ਹੈ। ਸਿਰ ਉੱਪਰ ਠਾਢੋ ਧਰਮ ਰਾਏ, ਮੀਠੀ ਕਰ ਕਰ ਵਿਖਿਆ ਖਾਏ। ਵਿਖਿਆ ਜਿਹੜੀ ਜ਼ਹਿਰ ਹੈ ਨਾ, ਵਿਕਾਰਾਂ ਰੂਪੀ ਜ਼ਹਿਰ, ਮਾਇਆ ਰੂਪੀ ਜ਼ਹਿਰ, ਇਹਨੂੰ ਮਿੱਠੀ ਕਰ ਕਰਕੇ ਖਾਈ ਜਾਂਦਾ, ਮਤਲਬ ਭੋਗਦਾ। ਵਿਕਾਰਾਂ ਨੂੰ, ਭੈੜਿਆਂ ਕਰਮਾਂ ਨੂੰ, ਬੁਰਾਈ ਨੂੰ, ਜੋ ਕਿ ਵਿਖ ਹੈ, ਜ਼ਹਿਰ ਹੈ, ਮਿੱਠੀ ਕਰ ਕਰ ਖਾਂਦਾ। ਹਉ ਬੰਧੋਂ ਹਉ ਸਾਧੋਂ ਬੈਰ, ਇਹ ਕਹਿੰਦਾ ਵੀ ਮੈਂ ਫਲਾਣੇ ਨੂੰ ਬੰਨ੍ਹ ਲਵਾਂਗਾ, ਮੇਰੇ 'ਚ ਬੜਾ ਜ਼ੋਰ ਹੈ, ਬੜਾ ਬਲ ਹੈ। ਇਹ ਨਹੀਂ ਪਤਾ ਵੀ ਜੇ ਸਾਹ ਹੀ ਮੁੱਕ ਗਿਆ ਤੇ ਕਿਵੇਂ ਕਿਸ ਨੂੰ ਬੰਨ੍ਹ ਲਏਗਾ। ਢੀਂਗਾਂ ਬੜੀਆਂ ਮਾਰਦਾ, ਹੰਕਾਰ ਚੱਫ ਰਿਹਾ ਹੋਇਆ, ਮੈਂ ਫਲਾਣੇ ਨੂੰ ਬੰਨ੍ਹ ਲਵਾਂਗਾ। ਹਉ ਸਾਧੋਂ ਬੈਰ, ਮੇਰਾ ਫਲਾਣੇ ਨਾਲ ਜਿਹੜਾ ਵੈਰ ਆ ਨਾ, ਉਹ ਮੈਂ ਬਦਲਾ ਲਵਾਂਗਾ, ਆਪਣਾ ਵੈਰ ਮੈਂ ਲਵਾਂਗਾ। ਹਮਰੀ ਭੂਮ ਕੌਣ ਘਾਲੈ ਪੈਰ, ਮੈਂ ਵੇਖਦਾ ਸਾਡੀ ਜ਼ਮੀਨ 'ਤੇ ਕੌਣ ਪੈਰ ਧਰਦਾ, ਇਹ ਮੇਰੀ ਜ਼ਮੀਨ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਮਾਲਵੇ ਦੀ ਧਰਤੀ 'ਤੇ ਵਿਚਰ ਰਹੇ ਸੀ ਨਾ, ਤੇ ਸ਼ਾਮਾਂ ਨੂੰ ਇੱਕ ਨਗਰ ਦੇ ਬਾਹਰ ਇੱਕ ਗੰਡ ਨਾਂ ਦਾ ਥੇ ਸੀ, ਉਹਨੂੰ ਗੰਡ ਦਾ ਥੇ ਕਹਿੰਦੇ ਸਨ। ਉੱਥੇ ਹਜ਼ੂਰ ਬੈਠੇ, ਇੱਕ ਤਿੱਤਰ ਬੋਲਿਆ ਤਾਂ ਸਤਿਗੁਰੂ ਮਹਾਰਾਜ ਨੇ ਹੱਸ ਕੇ, ਥੋੜ੍ਹਾ ਮੁਸਕਰਾ ਕੇ, ਗੁਰੂ ਮਹਾਰਾਜ ਨੇ ਬਾਣੀ ਵਿੱਚੋਂ ਸ਼ਬਦ ਬੋਲਿਆ, ਭੂਮੀਆਂ ਭੂਮ ਉੱਪਰ ਨਿਤ ਲੁੱਝੈ, ਛੋੜ ਚੱਲੈ ਤ੍ਰਿਸ਼ਨਾ ਨਹੀਂ ਬੁਝੈ। ਸਿੰਘ ਸਿਆਣੇ ਸੀ, ਉਹਨਾਂ ਬੇਨਤੀ ਕਰਕੇ ਪੁੱਛ ਲਿਆ, ਮਹਾਰਾਜ ਇਹ ਕੀ ਗੱਲ, ਜਦੋਂ ਤਿੱਤਰ ਬੋਲਿਆ ਉਦੋਂ ਤੁਸੀਂ ਇਹ ਵਚਨ ਬੋਲਿਆ। ਮਹਾਰਾਜ ਕਹਿੰਦੇ ਜਿਹੜਾ ਤਿੱਤਰ ਹੈ ਨਾ, ਇਹ ਇੱਕ ਜ਼ਿਮੀਂਦਾਰ ਸੀ, ਤੇ ਇਹ ਕਈ ਜਨਮਾਂ 'ਚ ਆਇਆ, ਮਰਨ ਤੋਂ ਬਾਅਦ ਮਨੁੱਖ ਜਾਮੇ 'ਚੋਂ ਮਰ ਕੇ ਤੇ ਕਈ ਜਨਮਾਂ 'ਚ ਪਿਆ, ਤੇ ਇਸ ਥਾਂ ਦੀ ਮੇਰ ਨਹੀਂ ਛੱਡਦਾ, ਇਸ ਧਰਤੀ ਨਾਲ ਇਹਨੂੰ ਮੋਹ ਹੈ, ਤੇ ਇਸ ਕਰਕੇ ਹੁਣ ਵੀ ਬੋਲਦਾ ਪਿਆ, ਇਹ ਧਰਤੀ ਮੇਰੀ ਹੈ, ਛੱਡਦਾ ਨਹੀਂ ਮੋਹ। ਤੇ ਇਹ ਇੱਕ ਅੱਖ ਤੋਂ ਕਾਣਾ, ਇੱਕ ਅੱਖ ਤੋਂ, ਜੇ ਤੁਸੀਂ ਪਕੜਨਾ ਪਕੜ ਕੇ ਵੇਖ ਲਓ। ਤਾਂ ਸਿੰਘਾਂ ਨੇ ਪਕੜਿਆ ਤੇ ਉਹਦੀਆਂ ਅੱਖਾਂ ਅੱਗੇ ਹੱਥ ਕਰ ਕਰ ਵੇਖਿਆ, ਇੱਕ ਅੱਖ ਤੋਂ ਕਾਣਾ ਸੀ। ਫਿਰ ਸਿੰਘਾਂ ਨੇ ਬੇਨਤੀ ਕਰਤੀ, ਮਹਾਰਾਜ ਹੁਣ ਕੱਢੋ ਇਹਨੂੰ ਜੂਨ 'ਚੋਂ, ਕਲਿਆਣ ਕਰ ਦਿਓ। ਤਾਂ ਸਤਿਗੁਰਾਂ ਨੂੰ ਜੂਨ 'ਚੋਂ ਕੱਢਿਆ ਸੀ। ਇਹ ਇਤਿਹਾਸ ਹੈ। ਕਲਗੀਧਰ ਚਮਤਕਾਰ ਵਿੱਚ ਵੀ ਬਚਨ ਲਿਖੇ ਨੇ ਭਾਈ ਵੀਰ ਸਿੰਘ ਜੀ ਨੇ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ, ਇੰਝ ਜੀਵ ਕਹਿੰਦਾ ਮੇਰੀ ਧਰਤੀ 'ਤੇ ਕੌਣ ਪੈਰ ਰੱਖ ਸਕਦਾ, ਮੇਰੀ ਧਰਤੀ 'ਤੇ ਕੌਣ ਪੈਰ ਪਾ ਸਕਦਾ, ਵੇਖਦਾ ਮੈਂ। ਹਉ ਪੰਡਤ ਹਉ ਚਤੁਰ ਸਿਆਣਾ, ਐਵੇਂ ਬਣਿਆ ਫਿਰਦਾ ਹੈ। ਤਾਂ ਇੱਕ ਮਿੱਟੀ ਦਾ ਪੁਤਲਾ, ਸਵਾਸਾਂ ਦਾ ਪੁਤਲਾ, ਕਹਿੰਦਾ ਮੈਂ ਪੰਡਤ ਬਣ ਗਿਆ ਹਾਂ, ਬੜਾ ਵੱਡਾ ਵਿਦਵਾਨ ਹਾਂ ਮੈਂ। ਹਉ ਚਤੁਰ ਸਿਆਣਾ, ਮੈਂ ਵਾਕਾਂ ਦੇ ਬੋਲਣ 'ਚ ਬੜਾ ਚਤੁਰ, ਮੇਰੇ ਅੰਦਰ ਸਿਆਣਪ ਬੜੀ ਜ਼ਿਆਦੀ ਹੈ, ਮੈਂ ਬੜਾ ਸਿਆਣਾ। ਕਰਨਾ ਹਾਰ ਨਾ ਬੁੱਝਿਆ ਬੇਗਾਨਾ, ਤੇ ਜੋ ਕਰਨਹਾਰ ਪਰਮਾਤਮਾ ਹੈ ਉਸ ਨੂੰ ਇਹ ਬੁੱਝਦਾ ਹੀ ਨਹੀਂ, ਉਸ ਤੋਂ ਬਗਾਨਾ ਹੋ ਰਿਹਾ, ਅਥਵਾ ਪਰਮਾਤਮਾ ਨੂੰ ਬਗਾਨਾ ਸਮਝ ਲਿਆ। ਕਰਨਹਾਰ ਵਾਹਿਗੁਰੂ ਨੂੰ ਨਹੀਂ ਬੁੱਝਦਾ ਕਿ ਸਭ ਕੁਝ ਕਰਨ ਕਰਾਉਣਹਾਰ ਪਰਮਾਤਮਾ, ਉਸ ਨੂੰ ਇਹਨੇ ਬਗਾਨਾ ਜਾਣਿਆ। ਆਪਣੀ ਗਤ ਮਿਤ ਆਪੇ ਜਾਣੈ, ਪਰ ਪਰਮਾਤਮਾ ਆਪਣੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਨੂੰ ਆਪ ਜਾਣਦਾ, ਆਪਣੀ ਗਤ ਅਵਸਥਾ ਨੂੰ, ਮਿਤ ਮਰਿਆਦਾ। ਗਤ ਪਰਮਾਤਮਾ ਕਿਹੋ ਜਿਹਾ ਹੈ, ਉਹਦੀ ਅਵਸਥਾ ਕਿਹੋ ਜਿਹੀ ਹੈ, ਮਿਤ ਕਿੱਡਾ ਕੁ ਵੱਡਾ, ਇਹ ਪਰਮਾਤਮਾ ਖੁਦ ਆਪ ਹੀ ਜਾਣਦਾ। ਕਿਹੋ ਜਿਹਾ ਤੇ ਕਿੱਡਾ ਵੱਡਾ ਇਹ ਕਿਸੇ ਜੀਵ ਨੂੰ ਨਹੀਂ ਮੁਕੰਮਲ ਪਤਾ। ਕਿਆ ਕੋ ਕਹੈ ਕਿ ਆਖ ਵਖਾਨਾ, ਕੀ ਕੋਈ ਕਹਿ ਸਕਦਾ ਪਰਮਾਤਮਾ ਬਾਰੇ, ਤੇ ਕੀ ਕੋਈ ਮੁਖ ਤੋਂ ਆਖ ਕੇ ਵਖਿਆਨ ਕਰ ਸਕਦਾ, ਬਿਆਨ ਕਰ ਸਕਦਾ ਪਰਮਾਤਮਾ ਬਾਰੇ। ਨਹੀਂ ਜਾਣ ਜਾਈ ਕਛੂ ਰੂਪ ਰੇਖੰ, ਕਹਾਂ ਬਾਸ ਤਾਕੋ ਫਿਰੈ ਕੌਣ ਭੇਖੰ। ਕਹਾਂ ਨਾਮ ਤਾਕੋ ਕਹਾਂ ਕੋ ਕਹਾਵੈ, ਕਹਾਂ ਕੋ ਬਖਾਨੈ ਕਹੇ ਮੋ ਨ ਆਵੈ। ਜਿਤ ਜਿਤ ਲਾਵਹਿ ਤਿਤ ਤਿਤ ਲਗਨਾ, ਹੇ ਵਾਹਿਗੁਰੂ ਜੀ, ਜਿੱਧਰ ਜਿੱਧਰ ਤੁਸੀਂ ਜੀਆਂ ਨੂੰ ਲਾਉਂਦੇ ਨੇ, ਉਹ ਲਾਉਂਦੇ ਹੋ, ਉਸੇ ਉਸੇ ਪਾਸੇ ਨਾਲ ਲੱਗਣਾ ਹੋਇਆ, ਉਸੇ ਉਸੇ ਤਰਫ ਲੱਗਣਾ ਹੋਇਆ, ਉੱਧਰ ਉੱਧਰ ਹੀ ਜਾਣਾ ਹੋਇਆ। ਆਪਣਾ ਭਲਾ ਸਭ ਕਾਹੂ ਮੰਗਣਾ, ਪਰ ਜੀਵ ਆਪਣਾ ਭਲਾ ਤਾਂ ਸਭ ਕੋਈ ਮੰਗਦਾ ਹੀ ਹੈ।
ਸਭ ਕੁਛ ਤੇਰਾ ਤੂੰ ਕਰਨਾ ਹਾਰ। ਹੇ ਵਾਹਿਗੁਰੂ ਜੀ, ਸਭ ਕੁਛ ਤੇਰਾ ਤੁਹਾਡਾ ਹੈ ਤੇ ਤੁਸੀਂ ਕਰਨਹਾਰ ਹੋ, ਸਾਰੇ ਜਗਤ ਨੂੰ ਰਚਣ ਵਾਲੇ, ਸਾਰੇ ਕਰਤੱਵਾਂ ਨੂੰ ਕਰਨ ਵਾਲੇ ਤੁਸੀਂ ਹੁਣ ਵੀ ਹੋ। ਅੰਤ ਨਾਹੀਂ ਕਿਛ ਪਾਰਾਵਾਰ, ਨਾ ਤੁਹਾਡੇ ਗੁਣਾਂ ਦਾ ਅੰਤ ਹੈ, ਨਾ ਤੁਹਾਡਾ ਪਾਰਲਾ ਔਰ ਰਾਰਲਾ ਕੰਢਾ ਦਿਸਦਾ। ਦਾਸ ਆਪਣੇ ਕੋ ਦੀਜੈ ਦਾਨ, ਅਸੀਂ ਤਾਂ ਇਹੋ ਹੀ ਬੇਨਤੀ ਕਰਦੇ ਹਾਂ ਕਿ ਮਹਾਰਾਜ ਸਾਨੂੰ ਆਪਣਾ ਦਾਸ ਜਾਣ ਕੇ ਇੱਕ ਦਾਨ ਬਖਸ਼ੋ। ਇੱਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਕਬਹੂ ਨਾ ਵਿਸਰੈ ਨਾਨਕ ਨਾਮ। ਹੇ ਵਾਹਿਗੁਰੂ ਜੀ, ਕਦੇ ਵੀ ਪ੍ਰਮਾਤਮਾ ਤੁਹਾਡਾ ਨਾਮ ਸਾਨੂੰ ਵਿਸਰਨਾ ਨਹੀਂ ਚਾਹੀਦਾ। ਤੁਹਾਡਾ ਦਾਸ ਤੁਹਾਡੇ ਕੋਲ ਦਾਨ ਮੰਗਦਾ, ਮੈਨੂੰ ਦਾਨ ਦਿਓ। ਤੇ ਕਦੇ ਵੀ ਆਉਣ ਵਾਲੇ ਸਮੇਂ 'ਚ ਵਾਹਿਗੁਰੂ ਜੀ ਤੁਹਾਡਾ ਨਾਮ ਨਾ ਵਿਸਰਦਾ ਹੋਵੇ, ਤੁਹਾਡਾ ਨਾਮ ਨਾ ਮੈਨੂੰ ਭੁੱਲ ਜਾਏ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਹੋ। ਕਦੇ ਵੀ ਨਾ ਵਿਸਰੇ, ਕਦੇ ਵੀ ਨਾ ਭੁੱਲੇ ਤੁਹਾਡਾ ਨਾਮ। ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।